ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰਹੁ ਨਹਿ ਪਤਿਆਇਆ। ਉਮਰਾਵਹੁ ਆਗੈ ਚੇਰਾ। ਮਿਲ ਰਾਜਨ ਰਾਮ ਨਬੇਰਾ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਸਿਕਦਾਰਹੁ ਨਹਿ ਪਤਿਆਇਆ। ਉਮਰਾਵਹੁ ਆਗੈ ਚੇਰਾ। ਮਿਲ ਰਾਜਨ ਰਾਮ ਨਬੇਰਾ। ਅਬ ਢੂੰਡਨ ਕਤਹੁ ਨਾ ਜਾਈ। ਗੋਬਿੰਦ ਭੇਟੇ ਗੁਰ ਗੋਸਾਈ। ਰਹਾਉ ਆਇਆ ਪ੍ਰਭ ਦਰਬਾਰਾ। ਤਾ ਸਗਲੀ ਮਿਟੀ ਪੁਕਾਰਾ। ਲਬਦ ਆਪਣੀ ਪਾਈ। ਤਾ ਕਤ ਆਵੈ ਕਤ ਜਾਈ। ਤਹ ਸਾਚ ਨਿਆਏ ਨਬੇਰਾ। ਊਹਾ ਸਮ ਠਾਕੁਰ ਸਮ ਚੇਰਾ। ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ। ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ। ਤਿਸ ਪਹਿ ਕਿਆ ਚਤੁਰਾਈ। ਮਿਲ ਨਾਨਕ ਆਪ ਗਵਾਈ। ਤਿਸ ਪਹਿ ਕਿਆ ਚਤੁਰਾਈ। ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਸੰਗਤਾਂ ਹਾਜ਼ਰੀਨ ਹੋ। ਅਕਾਲ ਪੁਰਖ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾ ਅਵਤਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਜੋ ਸ੍ਰੀ ਮੁਖਵਾਕ ਸਾਡੇ ਭਲੇ ਹਿੱਤ ਬਖਸ਼ਦੇ ਹਨ। ਆਓ ਉਸ ਪਵਿੱਤਰ ਫੁਰਮਾਨ ਦੀ ਕਥਾ ਵਿਚਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਤੀਜਾ ਚੌਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਫੁਰਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 621 ਅੰਗ ਉੱਪਰ ਸੁਭਾਏਮਾਨ ਹੈ। ਰਾਗੀ ਸਿੰਘਾਂ ਲਈ ਤੀਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਸੋਠ ਰਾਗ ਦੇ ਵਿੱਚ ਇਹ ਪਾਕ ਸ਼ਬਦ ਨਾ ਚੌਹਾਂ ਪਦਿਆਂ ਵਾਲੇ ਨੇ। ਆਪਣੇ ਇਸ਼ਟ ਦੇਵ ਅਕਾਲ ਪੁਰਖ ਦਾ ਪਹਿਲਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੰਗਲ ਕਰਦੇ ਨੇ। ਇੱਕ ਓੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ। ਸਤਿਗੁਰ ਭਾਵੋ ਸਤ ਸਰੂਪ ਹੈ, ਸਦੀਵੀ ਹੈ, ਸਭਨਾ ਨੂੰ ਗਿਆਨ ਬਖਸ਼ਣ ਵਾਲਾ ਹੈ। ਗਿਆਨ ਬਖਸ਼ ਕਰਕੇ ਅਗਿਆਨ ਦਾ ਨਾਸ਼ ਕਰਤਾ ਹੈ। ਪ੍ਰਸਾਦ ਤੋਂ ਭਾਵ ਹੈ ਕਿਰਪਾਲੂ ਬੜਾ ਹੈ, ਦਇਆਵਾਨ ਬੜਾ ਹੈ, ਝੋਲੀਆਂ ਭਰਨ ਵਾਲਾ ਹੈ। ਦੂਸਰਾ ਭਾਵ ਹੈ ਉਹ ਜੋ ਇੱਕ ਪਰਮੇਸ਼ਵਰ ਹੈ। ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਦਸੋ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਮਿਲ ਪੰਚਹੁ ਨਹੀਂ ਸਹਸਾ ਚੁਕਾਇਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਮਨੁੱਖੇ ਜਾਮੇ ਅੰਦਰ ਜੋ ਸਾਡੇ ਜੀਵਨ ਵਿੱਚ ਭਰਮ ਨੇ, ਵਹਿਮ ਨੇ, ਜੋ ਵਿਕਾਰਾਂ ਦਾ ਭੈ ਹੈ, ਜੋ ਅਗਿਆਨਤਾ ਹੈ, ਉਸ ਦੇ ਖਾਤਮੇ ਬਾਬਤ ਸਮਝਾਉਂਦੇ ਨੇ ਵੀ ਅਕਾਲ ਪੁਰਖ ਦਾ ਨਾਮ ਹੀ ਵਹਿਮਾਂ ਭਰਮਾਂ ਨੂੰ, ਵਿਕਾਰਾਂ ਨੂੰ, ਰੋਗਾਂ ਸੋਗਾਂ ਨੂੰ ਖਤਮ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਵਿਕਾਰਾਂ ਦਾ ਭਰਮ ਹੈ, ਸਹਸਾ ਹੈ, ਇਹ ਜਿਹੜੀ ਵਿਕਾਰਾਂ ਦੀ ਚਿੰਤਾ ਹੈ, ਫਿਕਰ ਹੈ, ਦੁੱਖਾਂ ਵਿੱਚ ਜੀਵਨ ਜੋ ਡੁੱਬ ਰਿਹਾ ਹੈ, ਜੋ ਜੀਵਨ ਦੇ ਵਿੱਚ ਚਿੰਤਾਵਾਂ ਨੇ, ਡਿਪਰੈਸ਼ਨ ਹੈ, ਸੋ ਕਹਿੰਦੇ ਇਹਦੀ ਨਿਵਰਤੀ ਦੇ ਲਈ ਜਿਹੜੇ ਪੰਚ ਸਨ, ਪੰਚਾਂ ਤੋਂ ਭਾਵ ਹੈ ਜੋ ਮਨੁੱਖਤਾ ਵਿੱਚ ਮੁੱਖ ਹੁੰਦੇ ਨੇ, ਜੋ ਆਗੂ ਨੇ। ਜਿਵੇਂ ਆਪਾਂ ਪਿੰਡ ਵਿੱਚ ਕਹਿ ਦਿੰਦੇ ਨਾ ਵੀ ਇਹ ਪੰਚਾਇਤ ਵਿੱਚ ਆ 9 ਮੈਂਬਰ ਨੇ ਤੇ ਆ 10ਵਾਂ ਪੰਚ ਹੈ, ਆਗੂ ਹੈ, ਸਰਪੰਚ ਹੈ। ਸੋ ਬੜੇ ਬੜੇ ਵਿਦਵਾਨ ਪੁਰਸ਼ਾਂ ਕੋਲ ਵੀ ਇਹ ਜਗਿਆਸੂਆਂ ਨੇ, ਪਰਮੇਸ਼ਵਰ ਦੀ ਪ੍ਰਾਪਤੀ ਕਰਨ ਵਾਲਿਆਂ ਨੇ ਭੇਦ ਆਪਣੇ ਰੱਖੇ ਨੇ ਵੀ ਕਿਵੇਂ ਵਿਕਾਰਾਂ ਤੋਂ ਮੁਕਤੀ ਹੋ ਸਕਦੀ ਹੈ, ਕਿਵੇਂ ਚਿੰਤਾਵਾਂ ਮੁੱਕ ਸਕਦੀਆਂ ਨੇ। ਪਰ ਮਹਾਰਾਜ ਕਹਿੰਦੇ ਐਸੇ ਜਿਹੜੇ ਮੁਖੀ ਸੱਜਣ ਸਨ, ਪੰਡਤ ਜਨ ਸਨ, ਵਿਦਵਾਨ ਜਨ ਸਨ, ਉਹਨਾਂ ਨੇ ਵੀ ਵਿਕਾਰਾਂ ਤੋਂ ਬੰਦ ਖਲਾਸ ਨਹੀਂ ਕੀਤਾ। ਉਹਨਾਂ ਨੇ ਵੀ ਇਹ ਸ਼ੰਕਿਆਂ ਦੀ ਨਿਵਰਤੀ ਨਹੀਂ ਕੀਤੀ। ਸਿਕਦਾਰੋ ਨਹਿ ਪਤਿਆਇਆ
ਬੜੇ ਬੜੇ ਜਿਹੜੇ ਸਿਕਦਾਰ ਨੇ, ਭਾਵ ਸਰਦਾਰ ਨੇ, ਜਿਵੇਂ ਜੋਤਸ਼ੀ ਲੋਕ ਨੇ, ਲੋਕ ਆਪਣੇ ਰੋਗਾਂ ਸੋਗਾਂ ਦੀ ਨਿਵਰਤੀ ਲਈ ਉਹਨਾਂ ਕੋਲ ਵੀ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਜਿਤਨਾ ਚਾਹੇ ਯਤਨ ਕਰ ਲਵੋ, ਪਤਿਆਇਆ ਦਾ ਭਾਵ ਹੈ ਫਿਰ ਵੀ ਤਸੱਲੀ ਨਹੀਂ ਮਿਲੇਗੀ। ਇਹ ਜੋਤਸ਼ੀ ਆਦਿਕ ਵੀ ਤੁਹਾਡੇ ਰੋਗ ਸੋਗ ਮਿਟਾ ਨਹੀਂ ਸਕਦੇ। ਜਗਿਆਸੂ ਦਾ ਮਨ ਭਤੀਜੇਗਾ ਨਹੀਂ, ਉਸਦੇ ਮਨ ਨੂੰ ਇਹ ਹੌਸਲਾ ਨਹੀਂ ਮਿਲੇਗਾ, ਤਸੱਲੀ ਨਹੀਂ ਮਿਲੇਗੀ ਵੀ ਸ਼ਾਇਦ ਇਹਨਾਂ ਦੀ ਸ਼ਰਨ ਵਿੱਚ ਬੰਦ ਖਲਾਸੀ ਹੋ ਜਾਵੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਦਾ। ਉਮਰਾਵੋ ਆਗੈ ਚੇਰਾ। ਅੱਛਾ, ਹੁਣ ਉਮਰਾਵ ਹੁੰਦੇ ਆ ਜਿਹੜੇ ਮਨੁੱਖਤਾ ਦੇ ਵਿੱਚ ਰਈਸ ਨੇ, ਰਾਜੇ ਨੇ। ਹੁਣ ਧਾਰਮਿਕ ਦੁਨੀਆ ਦੇ ਵਿੱਚ ਆਪਾਂ ਵੱਡੇ ਕਿਹਨਾਂ ਨੂੰ ਕਹਿੰਦੇ ਆ? ਮਨੁੱਖਤਾ ਵਿੱਚ ਤੇ ਹੋ ਗਏ ਪੰਡਤ, ਉਹ ਤੇ ਹੋ ਗਏ ਚਲੋ ਸਿਕਦਾਰ ਸਰਦਾਰ। ਉਹਨਾਂ ਤੋਂ ਅੱਗੇ ਜਿਹੜੇ ਦੇਵਤੇ ਨੇ, ਰਹਿਬਰ ਨੇ, ਕਹਿੰਦੇ ਬੜੇ ਬੜੇ ਦੇਵਤਿਆਂ ਦੇ ਅੱਗੇ ਵੀ ਇਹ ਮਨ ਦੇ ਭੇਦ ਰੱਖੇ ਨੇ। ਪਰ ਮਹਾਰਾਜ ਕਹਿੰਦੇ ਉਹਨਾਂ ਕੋਲੋਂ ਵੀ ਸੰਸਾ ਨਿਵਰਤ ਨਹੀਂ ਹੋਇਆ, ਉਹਨਾਂ ਕੋਲੋਂ ਵੀ ਸਾਡੀਆਂ ਚਿੰਤਾਵਾਂ ਦਾ ਖੁਰਾ ਖੋਜ ਨਹੀਂ ਮਿਟਿਆ। ਦੇਵਤਿਆਂ ਅੱਗੇ ਵੀ ਪੇਸ਼ ਹੋ ਕੇ ਦੇਖ ਲਿਆ ਹੈ। ਸੋ ਵਿਕਾਰਾਂ ਤੋਂ, ਰੋਗਾਂ ਸੋਗਾਂ ਤੋਂ ਖਲਾਸੀ ਨਹੀਂ ਮਿਲੀ, ਜੀਵਨ ਪਦਵੀ ਹਾਸਲ ਨਹੀਂ ਹੋਈ, ਨਿਜਾਤ 84 ਲੱਖ ਜੂਨ ਤੋਂ ਹਾਸਲ ਨਹੀਂ ਹੋਈ। ਮਿਲ ਰਾਜਨ ਰਾਮ ਨਬੇਰਾ। ਇਹ ਜਿਹੜੇ ਰਾਜਿਆਂ ਵਰਗੇ ਠਾਠ ਬਾਠ ਰੱਖਣ ਵਾਲੇ ਦੇਵਤੇ ਨੇ, ਉਹਨਾਂ ਦਾ ਵੀ ਜਿਹੜਾ ਰਾਜਾ ਹੈ, ਜੋ ਅਕਾਲ ਪੁਰਖ ਹੈ, ਪਰਮੇਸ਼ਵਰ ਹੈ, ਕਹਿੰਦੇ ਉਹੀ ਇਸ ਝਗੜੇ ਨੂੰ ਨਿਬੇੜ ਸਕਦਾ ਹੈ, ਉਹੀ ਸਾਨੂੰ ਵਿਕਾਰਾਂ ਪਾਸੋਂ ਰੱਖ ਸਕਦਾ ਹੈ, ਉਹੀ ਸਾਡੇ ਭਰਮ ਵਹਿਮ ਚਿੰਤਾਵਾਂ ਰੋਗ ਸੋਗ ਮਿਟਾ ਸਕਦਾ ਹੈ। ਉਹਦੇ ਤੋਂ ਲਹਿਦਾ ਮਹਾਰਾਜ ਕਹਿੰਦੇ ਨੇ ਕਾਮ ਆਦਿਕ ਵੈਰੀਆਂ ਦਾ ਸੰਸਾ ਨਹੀਂ ਮੁੱਕੇਗਾ, ਡਰ ਨਹੀਂ ਮੁੱਕੇਗਾ। ਉਸ ਪਰਮੇਸ਼ਵਰ ਦੀ ਸ਼ਰਨ ਤੋਂ ਬਿਨਾਂ ਹੋਰ ਕਿਧਰੇ ਵੀ ਮੁਕਤੀ ਹਾਸਲ ਨਹੀਂ ਹੋ ਸਕਦੀ। ਅਬ ਢੂੰਡਨ ਕਤਹੁ ਨਾ ਜਾਈ। ਦੇਖੋ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਦਰ ਐਸਾ ਹੈ ਜਿਹੜਾ ਉਸ ਦੀ ਸ਼ਰਨ ਚਲਿਆ ਜਾਂਦਾ ਹੈ, ਜਿਸ ਨੂੰ ਉਹ ਸ਼ਰਨ ਦੇ ਵਿੱਚ ਰੱਖ ਲਵੇ, ਜਿਹਦੇ ਤੇ ਉਹ ਕਿਰਪਾ ਕਰ ਦਵੇ, ਫਿਰ ਕਹਿੰਦੇ ਉਸ ਦਰ ਨੂੰ ਛੱਡ ਕੇ ਹੋਰ ਕਿਸੇ ਵੀ ਮੁਰਸ਼ਿਦ ਦੀ ਖੋਜ ਵਿੱਚ ਨਹੀਂ ਨਿਕਲੀਦਾ, ਕਿਉਂਕਿ ਉੱਥੇ ਸਭ ਕੁਝ ਮਿਲ ਜਾਂਦਾ ਹੈ। ਮੰਗਣਾ ਮੁੱਕ ਜਾਂਦਾ, ਝੋਲੀਆਂ ਭਰ ਜਾਂਦੀਆਂ ਨੇ। ਫਿਰ ਕਿਸੇ ਵੀ ਮੁਖੀ ਜਨ ਨੂੰ, ਪੰਚ ਜਨ ਨੂੰ, ਸਤਪੁਰਸ਼ ਨੂੰ, ਦੈਵਿਕ ਤਾਕਤਾਂ ਦੇ ਮਾਲਕ ਨੂੰ ਲੱਭਣ ਦੀ ਲੋੜ ਨਹੀਂ ਹੈ। ਫਿਰ ਮਨ ਇੱਧਰ ਉੱਧਰ ਭਟਕਦਾ ਨਹੀਂ ਹੈ, ਉਸ ਸੱਚੇ ਦਰ ਤੇ ਜਦੋਂ ਚਲਿਆ ਜਾਂਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਕਿਹਾ ਹੈ ਨਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਆ, ਅਕਾਲ ਪੁਰਖ ਜਦੋਂ ਦੇ ਤੇਰੇ ਚਰਨ ਫੜੇ ਨੇ, ਹੋਰ ਕਿਸੇ ਦਰ ਉੱਤੇ ਝੁਕਣਾ ਤੇ ਦੂਰ, ਮੇਰੀ ਨਜ਼ਰ ਵੀ ਕਿਸੇ ਹੋਰ ਦਰ ਤੇ ਨਹੀਂ ਝੁਕੀ, ਸਿਰ ਤੇ ਕੀ ਝੁਕਾਉਣਾ ਹੈ ਮੈਂ। ਸੋ ਜਿਹੜਾ ਉਹਦੇ ਚਰਨ ਪਕੜ ਲੈਂਦਾ ਹੈ, ਉਹਦਾ ਦਰ ਦਾ ਹੋ ਜਾਂਦਾ ਹੈ, ਉਹਦਾ ਮੰਗਣਾ ਮੁੱਕ ਜਾਂਦਾ ਹੈ। ਉਹਨੂੰ ਫਿਰ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ, ਝੋਲੀ ਨਹੀਂ ਕਿਸੇ ਅੱਗੇ ਅੱਡਣੀ ਪੈਂਦੀ। ਗੋਬਿੰਦ ਭੇਟੇ ਗੁਰ ਗੋਸਾਈ। ਹੁਣ ਪਰਮੇਸ਼ਵਰ ਕਿਵੇਂ ਮਿਲਦਾ ਹੈ? ਕਹਿੰਦੇ ਜਦੋਂ ਪੂਰੇ ਗੁਰੂ ਮਿਲਦੇ ਨੇ। ਦੇਖੋ ਕਿਸੇ ਵੀ ਮੰਜ਼ਿਲ ਤੇ ਪਹੁੰਚਣਾ ਹੈ, ਮੀਲ ਪੱਥਰ ਚਾਹੀਦਾ ਹੈ। ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ।
ਐਸੇ ਜਦੋਂ ਪੂਰਨ ਗੁਰੂ ਮਿਲੇ ਨੇ, ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਗੁਰੂ ਸਾਹਿਬ ਨੇ ਆਪਣੇ ਨਿਰਗੁਣ ਸਰੂਪ ਪਰਮੇਸ਼ਵਰ ਦੇ ਦਿਦਾਰੇ ਵੀ ਕਰਵਾ ਦਿੱਤੇ ਨੇ। ਸੋ ਜਦੋਂ ਪੂਰਨ ਗੁਰੂ ਦੇ ਚਰਨ ਪਕੜ ਲਈਏ, ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ, ਫਿਰ ਮਨ ਟਿਕਦਾ ਹੈ, ਮਨ ਦੀ ਭਟਕਣਾ ਮਿਟ ਜਾਂਦੀ ਹੈ। ਵੇਖੋ, ਜੇ ਕੋਈ ਇੱਛਾ ਅਧੂਰੀ ਰਹਿ ਜਾਵੇ ਗੁਰੂ ਦੇ ਦਰ ਤੇ, ਫਿਰ ਹੀ ਮਨ ਭਟਕੇਗਾ ਨਾ। ਕਹਿੰਦੇ ਸਰਬ ਇੱਛਾਵਾਂ ਦੀ ਉਹ ਪੂਰਤੀ ਕਰ ਦਿੰਦਾ ਹੈ, ਭਟਕਣਾ ਮੁੱਕ ਜਾਂਦੀ ਹੈ। ਅੱਗੇ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਰਹਾਉ ਆਇਆ ਪ੍ਰਭ ਦਰਬਾਰਾ। ਕਹਿੰਦੇ ਜਦੋਂ ਤੋਂ ਮੈਂ ਪ੍ਰਭੂ ਦੇ ਦਰਬਾਰ ਵਿੱਚ ਆਇਆ ਹਾਂ, ਸਤ ਸੰਗਤ ਵਿੱਚ ਆਇਆ ਹਾਂ, ਜਿੱਥੇ ਪ੍ਰਭੂ ਦੀ ਉਸਤਤੀ ਚੱਲਦੀ ਰਹਿੰਦੀ ਹੈ, ਉਦੋਂ ਤੋਂ ਪਾਤਸ਼ਾਹ ਅੱਗੇ ਫਿਰ ਫੁਰਮਾਨ ਕਰਦੇ ਹਨ, ਤਾਂ ਸਗਲੀ ਮਿਟੀ ਪੁਕਾਰਾ। ਕਹਿੰਦੇ ਉਹਦੇ ਦਰ ਤੇ ਜਿਹੜਾ ਇਨਸਾਨ ਸਜਦਾ ਕਰਦਾ ਹੈ, ਸਿਰ ਝੁਕਾਉਂਦਾ ਹੈ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਜਿਤਨੇ ਵੀ ਸ਼ੰਕੇ ਨੇ, ਜਿਤਨੀਆਂ ਵੀ ਉਸ ਦੀਆਂ ਇੱਛਾਵਾਂ ਨੇ, ਮੰਗਾਂ ਨੇ, ਜਿਤਨੀ ਵੀ ਉਹ ਪੁਕਾਰ ਕਰਦਾ ਸੀ ਹੋਰਾਂ ਦਰਾਂ ਤੇ ਜਾ ਕੇ, ਉਹ ਮਿਟ ਗਈ। ਹੁਣ ਉਹ ਕਿਧਰੇ ਜਾ ਕੇ ਝੋਲੀ ਨਹੀਂ ਅੱਡਦਾ, ਉਹ ਕੋਈ ਪੁਕਾਰ ਨਹੀਂ ਕਰਦਾ, ਉਹਨੂੰ ਕੋਈ ਸ਼ਿਕਾਇਤ ਨਹੀਂ ਰਹੀ ਜੀਵਨ 'ਚ। ਸਭ ਕੁਝ ਝਗੜੇ, ਇਹ ਸੰਸੇ, ਇਹ ਰੋਗ, ਇਹ ਸੋਗ, ਸਭ ਮਹਾਰਾਜ ਕਹਿੰਦੇ ਨੇ ਮੁੱਕ ਗਏ ਨੇ। ਗੁਰੂ ਦਾ ਦਰ ਐਸਾ ਹੈ, ਲਬਦ ਆਪਣੀ ਪਾਈ। ਲਬਦ ਦਾ ਭਾਵ ਇੱਕ ਤੇ ਇਹ ਹੈ, ਜੋ ਲੱਭ ਰਹੇ ਸੀ ਉਹ ਮਿਲ ਗਿਆ, ਉਹ ਲੱਭ ਲਿਆ ਹੈ। ਲਬਦ ਦਾ ਦੂਸਰਾ ਭਾਵ ਪ੍ਰਾਲਬਦ ਵੀ ਹੈ, ਜੋ ਪਿੱਛੇ ਅਸੀਂ ਕਰਮ ਕੀਤੇ ਨੇ, ਜੋ ਅੱਜ ਕੀਤੇ ਨੇ, ਪਿਛਲੇ ਪਲਾਂ ਵਿੱਚ ਕੀਤੇ ਨੇ, ਇੱਦਾਂ ਹੀ ਜਨਮਾਂ ਜਨਮਾਂਤਰਾਂ ਵਿੱਚ ਜੋ ਪਿੱਛੇ ਕੀਤਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਜਗਿਆਸੂ ਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ, ਪਰਮੇਸ਼ਵਰ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ। ਇਹੀ ਮਨੁੱਖੇ ਜਾਮੇ ਦਾ ਫਲ ਹੈ, ਇਹੀ ਮਨੁੱਖੇ ਜਾਮੇ ਦੀ ਖੋਜ ਸੀ। ਜਦੋਂ ਹਾਸਲ ਹੋ ਗਿਆ, ਜਦੋਂ ਪ੍ਰਾਪਤ ਹੋ ਗਿਆ, ਜੋ ਸਾਡਾ ਸਵਰੂਪ ਵੀ ਹੈ, ਸਾਡੇ ਅੰਦਰ ਜੋਤ ਬਣ ਕੇ ਵੀ ਸਮਾਇਆ ਹੈ, ਮਹਾਰਾਜ ਕਹਿੰਦੇ ਫਿਰ ਮੰਗਣੇ ਮੁੱਕ ਗਏ ਹਨ। ਤਾਂ ਕਤ ਆਵੇ ਕਤ ਜਾਈ। ਜਿਹੜਾ ਮਨ ਕਦੇ ਇੱਧਰ ਉੱਧਰ ਦੌੜਦਾ ਸੀ ਨਾ, ਹੁਣ ਕਿਧਰੇ ਨਹੀਂ ਜਾਂਦਾ, ਕਿਉਂਕਿ ਪਰਮਾਤਮਾ ਇਸ ਵਿੱਚ ਪ੍ਰਗਟ ਹੈ, ਜਿਸ ਕਾਰਨ ਇਸ ਦੀ ਭਟਕਣਾ ਮੁੱਕ ਗਈ ਹੈ। ਹੁਣ ਵਿਕਾਰਾਂ ਦੇ ਢਏ ਨਹੀਂ ਚੜ੍ਹਦਾ ਮਨ। ਅੱਗੇ ਵਿਕਾਰਾਂ ਵਿੱਚ ਇੱਧਰ ਉੱਧਰ ਦੌੜਦਾ ਸੀ, ਪਰਮਾਤਮਾ ਦੀ ਕਿਰਪਾ ਦੇ ਸਦਕਾ ਟਿਕ ਗਿਆ ਹੈ। ਕਹਿ ਸਾਚ ਨਿਆਏ ਨਬੇਰਾ। ਮਹਾਰਾਜ ਕਹਿੰਦੇ ਉਹ ਇੱਕੋ ਇੱਕ ਦੁਨੀਆ ਦਾ ਐਸਾ ਦਰਬਾਰ ਹੈ, ਪਰਮਾਤਮਾ ਦੀ ਸਭਾ, ਸਤ ਸੰਗਤ, ਗੁਰੂ ਦੀ ਸਭਾ। ਕਹਿੰਦੇ ਜਿੱਥੇ ਸੱਚਾ ਨਿਆਂ ਹੁੰਦਾ ਹੈ। ਦੁਨਿਆਵੀ ਅਦਾਲਤਾਂ ਵਿੱਚ ਤੇ ਆਪਾਂ ਵੇਖਿਆ ਹੈ, ਕਤਲ ਕੋਈ ਕਰਦਾ ਹੈ, ਸਜ਼ਾ ਕਿਸੇ ਨੂੰ ਹੋ ਜਾਂਦੀ ਹੈ, ਬੜੇ ਬੜੇ ਜੱਜ ਵਕੀਲ ਵਿਕਦੇ ਨੇ। ਸੋ 90% ਦੀ ਦੁਨੀਆ ਦੀਆਂ ਅਦਾਲਤਾਂ ਵਿੱਚ ਸੱਚਾ ਨਿਆਂ ਨਹੀਂ ਹੁੰਦਾ। ਬੰਦਾ ਪੱਖਪਾਤ ਕਰ ਜਾਂਦਾ ਹੈ, ਜਾਂ ਪੈਸਾ ਵੇਖ ਕੇ ਜਾਂ ਰੁਤਬਾ ਵੇਖ ਕੇ। ਕਹਿੰਦੇ ਉਹਦੀ ਦਰਗਾਹ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਸੱਚਾ ਨਿਆਂ ਹੁੰਦਾ ਹੈ। ਉਹਦੀ ਕਲਮ ਨੂੰ ਖਰੀਦਿਆ ਨਹੀਂ ਜਾ ਸਕਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਜੈਸਾ ਕਰਨਾ ਹੈ ਵੈਸਾ ਹੀ ਭਰਨਾ ਹੈ। ਉੱਥੇ ਮਹਾਰਾਜ ਕਹਿੰਦੇ ਸੱਚੋ ਸੱਚ ਨਬੇੜਾ ਹੁੰਦਾ ਹੈ। ਦੇਰ ਇਜ਼ ਅ ਟਰੂ ਜਸਟਿਸ। ਉੱਥੇ ਕਿਧਰੇ ਵੀ ਕੁਫਰ ਦੀ ਬਾਤ ਨਹੀਂ ਚੱਲੇਗੀ, ਉੱਥੇ ਝੂਠ ਨਹੀਂ ਜਿੱਤ ਸਕਦਾ। ਊਹਾ ਸਮ ਠਾਕੁਰ ਸਮ ਚੇਰਾ। ਇੱਕ ਹੋਰ ਗੱਲ ਹੈ, ਦੁਨਿਆਵੀ ਅਦਾਲਤ ਵਿੱਚ ਵੱਡੇ ਰੁਤਬੇ ਵਾਲੇ ਅੱਗੇ ਜੱਜ ਵੀ ਝੁਕ ਜਾਂਦੇ ਨੇ, ਲੋਕ ਝੁਕ ਜਾਂਦੇ ਨੇ। ਕਹਿੰਦੇ ਉਹਦੇ ਦਰਬਾਰ ਅੰਦਰ, ਉਹਦੀ ਦਰਗਾਹ ਅੰਦਰ ਜਿੱਦਾਂ ਦਾ ਰਾਜਾ ਹੈ ਉਦਾਂ ਦੀ ਪ੍ਰਜਾ ਹੈ, ਜਿੱਦਾਂ ਦਾ ਠਾਕੁਰ ਹੈ ਉਦਾਂ ਦਾ ਹੀ ਚੇਲਾ ਹੈ। ਭਾਵ ਉੱਥੇ ਸਭ ਇੱਕ ਜੈਸੇ ਹੀ ਨੇ,
ਕਰਮਾਂ ਦਾ ਉੱਥੇ ਹਿਸਾਬ ਹੋਣਾ। ਇਹ ਨਹੀਂ ਵੀ ਤਕੜੇ ਬੰਦੇ ਦੇ ਦਬਕੇ ਨੂੰ ਸੁਣ ਕੇ ਰੱਬ ਡਰ ਜਾਵੇਗਾ ਤੇ ਗਰੀਬ ਦੇ ਤਰਲੇ ਨੂੰ ਸੁਣ ਕਰਕੇ ਪਰਮੇਸ਼ਵਰ ਪਸੀਜ ਜਾਵੇਗਾ। ਇਦਾਂ ਕੁਝ ਨਹੀਂ ਹੁੰਦਾ। ਨਾ ਤਕੜੇ ਦਾ ਉੱਥੇ ਜ਼ੋਰ ਚੱਲਦਾ ਹੈ ਤੇ ਨਾ ਗਰੀਬ ਦਾ ਤਰਲਾ। ਉਹਦੀ ਦਰਗਾਹ ਦੇ ਵਿੱਚ ਸਾਰੇ ਹੀ ਇੱਕ ਸਮਾਨ ਨੇ। ਜੋ ਅਸੀਂ ਬੀਜਿਆ ਹੈ ਉਹਦਾ ਫਲ ਸਾਨੂੰ ਭੁਗਤਣਾ ਹੀ ਪੈਂਦਾ ਹੈ। ਉੱਥੇ ਚੰਗਾ ਬੀਜਿਆ ਹੋਵੇਗਾ ਫਲ ਚੰਗਾ ਹਾਸਲ ਹੋਵੇਗਾ, ਮੰਦਾ ਬੀਜਿਆ ਹੋਵੇਗਾ ਤੇ ਉੱਥੇ ਸਜ਼ਾ ਮਿਲੇਗੀ। ਸੋ ਮਹਾਰਾਜ ਕਹਿੰਦੇ ਨੇ ਉੱਥੇ ਸਭ ਨੂੰ ਇੱਕ ਜੈਸਾ ਸਮਝਿਆ ਜਾਂਦਾ ਹੈ। ਅੰਤਰਜਾਮੀ ਜਾਣੈ। ਇੱਕ ਹੋਰ ਗੱਲ ਹੈ, ਜੇ ਅਸੀਂ ਝੂਠ ਮਾਰ ਵੀ ਲਈਏ ਉਹਦੇ ਸਾਹਮਣੇ ਵੀ ਮਹਾਰਾਜ ਮੈਂ ਤੇ ਇਹ ਕਰਮ ਕੀਤਾ ਹੀ ਨਹੀਂ ਹੈ, ਆਦਤ ਹੈ ਨਾ ਸਾਡੀ, ਓਲੇ ਹੋ ਕੇ ਜੂ ਕਰਦੇ ਲੋਕਾਂ ਤੋਂ, ਲੋਕ ਨਹੀਂ ਜਾਣ ਪਾਉਂਦੇ। ਪਰ ਪ੍ਰਮਾਤਮਾ ਕਹਿੰਦੇ ਅੰਦਰ ਦੀ ਜਾਣਨ ਵਾਲਾ ਹੈ। ਉਹਦਾ ਕਾਰਨ ਹੈ ਕਿਉਂਕਿ ਸਾਡੇ ਅੰਦਰ ਉਹਦੀ ਹੀ ਜੋਤ ਹੈ, ਉਹ ਹਰ ਜ਼ਰੇ ਵਿੱਚ ਮੌਜੂਦ ਹੈ। ਸੋ ਉਹ ਸਾਡੇ ਅੰਦਰ ਦੀ ਜਾਣਨ ਵਾਲਾ ਹੈ। ਤੁਸੀਂ ਭਾਵੇਂ ਆਪਣੇ ਕੁਫਰ ਨੂੰ ਸੱਚ ਦਾ ਚੋਲਾ ਪਹਿਨਾ ਦਿਓ ਉਹਦੀ ਦਰਗਾਹ ਦੇ ਵਿੱਚ, ਉੱਥੇ ਸਭ ਪਾਜ ਉੱਧੜ ਜਾਂਦੇ ਨੇ। ਉਹ ਜਾਣਦਾ ਹੈ ਤੇਰੇ ਅੰਦਰ ਕੀ ਹੈ। ਸੋ ਮਹਾਰਾਜ ਕਹਿੰਦੇ ਉਹ ਦਿਲ ਦੀ ਜਾਣਨ ਵਾਲਾ ਹੈ। ਕੋਈ ਵੀ ਭੇਦ ਗੁੱਝਾ ਨਹੀਂ ਰਹਿ ਸਕਦਾ ਉਹਦੇ ਦਰਬਾਰ ਵਿੱਚ। ਸੋ ਅੱਗੇ ਹੁਕਮ ਕਰਦੇ ਹਨ, ਬਿਨ ਬੋਲਤ ਆਪ ਪਛਾਨੈ। ਅੱਛਾ, ਨਾ ਵੀ ਤੁਸੀਂ ਬੋਲੋ ਨਾ, ਮੌਨ ਵੀ ਧਾਰ ਲਵੋ। ਮਹਾਰਾਜ ਕਹਿੰਦੇ ਫਿਰ ਵੀ ਉਹ ਤੁਹਾਡੇ ਅੰਦਰ ਕੈਸੇ ਫੁਰਨੇ ਨੇ, ਕੀ ਚੱਲ ਰਿਹਾ ਹੈ, ਤੁਸੀਂ ਕੈਸੇ ਕਰਮ ਕੀਤੇ ਨੇ, ਸਭ ਜਾਣਦਾ ਹੈ। ਬਿਨ ਬੋਲਿਆ ਸਭ ਕੁਛ ਜਾਣਦਾ। ਉਹਦੇ ਪਾਸ ਐਸੀ ਅਜ਼ਮਤ ਹੈ, ਐਸੀ ਉਹਦੇ ਵਿੱਚ ਤਾਕਤ ਹੈ। ਸਰਬ ਥਾਨ ਕੋ ਰਾਜਾ। ਬੜੇ ਰਾਜੇ ਨੇ ਦੁਨੀਆ ਦੇ, ਪਰ ਇੱਕ ਹੱਦਬੰਦੀ ਹੈ। ਇੱਕ ਭਾਰਤ ਦਾ ਰਾਜਾ ਪ੍ਰਾਈਮ ਮਿਨਿਸਟਰ, ਉਹਦੀ ਇੱਕ ਹੱਦ ਹੈ। ਅਮਰੀਕਾ ਦੇ ਰਾਜੇ ਦੀ, ਕੈਨੇਡਾ ਦੇ ਰਾਜੇ ਦੀ ਇੱਕ ਹੱਦ ਹੈ। ਪਰ ਜਿਹੜਾ ਪਰਮ ਈਸ਼ਵਰ ਹੈ, ਸਰਬ ਥਾਨ ਕੋ ਰਾਜਾ, ਸਾਰੇ ਸਥਾਨ ਹੀ ਉਹਦੇ ਨੇ, ਖੰਡ ਬ੍ਰਹਿਮੰਡ ਉਹਦੇ ਨੇ। ਕੋਈ ਹੱਦਬੰਦੀ ਨਹੀਂ ਹੈ, ਕੋਈ ਗੱਤ ਉਹਦੀ ਤਾਕਤ ਦੀ ਜਾਣ ਨਹੀਂ ਸਕਦਾ। ਮਹਾਰਾਜ ਕਹਿੰਦੇ ਕੋਈ ਉਹਦੀ ਅਵਧ ਨੂੰ ਸਮਝ ਨਹੀਂ ਸਕਦਾ। ਸਾਰੀ ਦੁਨੀਆ ਦਾ ਉਹੀ ਰਾਜਾ ਹੈ, ਉਹੀ ਦੁਨੀਆ ਦਾ ਮਾਲਕ ਹੈ, ਰਾਜਿਆਂ ਦਾ ਵੀ ਉਹ ਰਾਜਾ ਹੈ। ਕਹਿ ਅਨਹਦ ਸ਼ਬਦ ਅਗਾਜਾ। ਜਿਹਦੇ ਅੰਦਰ ਉਹ ਪ੍ਰਗਟ ਹੋ ਜਾਵੇ, ਜਿਹੜੇ ਉਹਦੇ ਕੀਰਤੀ ਗਾਉਣ ਵਾਲੇ ਦਰਬਾਰ ਦੇ ਵਿੱਚ ਸਤ ਸੰਗਤ ਵਿੱਚ ਬੈਠ ਜਾਂਦੇ ਨੇ, ਜਿਹੜੇ ਉਹਦੇ ਗੀਤ ਗਾਉਂਦੇ ਨੇ ਨਾ, ਗਾਉਂਦਿਆਂ ਗਾਉਂਦਿਆਂ ਕੀਰਤੀ ਕਰਦਿਆਂ ਕਰਦਿਆਂ ਉਹਨਾਂ ਦੇ ਹਰ ਰੋਮ ਚੋਂ ਨਾਮ ਚੱਲ ਪੈਂਦਾ ਹੈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਨਹਦ ਸ਼ਬਦ ਫਿਰ ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦੇ ਨੇ। ਹੁਣ ਦੇਖੋ, ਤੁਸੀਂ ਕਿਸੇ ਜਗ੍ਹਾ ਤੇ ਘਿਓ ਰੱਖ ਦਿਓ, ਅੱਜ ਭਲਕੀ ਉਠਾ ਲਵੋ ਤੇ ਠੰਡਾਈ ਨਹੀਂ ਹੋਵੇਗੀ, ਤੇ ਉਹ 6-7 ਮਹੀਨੇ ਪਿਆ ਰਵੇ ਤੇ ਉਹ ਜਗ੍ਹਾ ਠੰਡੀ ਹੋ ਜਾਂਦੀ ਹੈ। ਸੋ ਜਿੱਥੇ ਨਾਮ ਚੱਲਦਾ ਰਹਿੰਦਾ ਹੈ ਉੱਥੇ ਇੱਕ ਰਸ ਮਹਾਰਾਜ ਕਹਿੰਦੇ ਨੇ ਨਾਮ ਐਸਾ ਪ੍ਰਗਟ ਹੁੰਦਾ ਹੈ। ਤੁਸੀਂ ਸੁੱਤੇ ਹੋ, ਤੁਸੀਂ ਜਾਗਦੇ ਹੋ, ਗਲੂਆ ਬੰਦ ਪਿਆ ਹੈ, ਜ਼ੁਬਾਨ ਨਹੀਂ ਵੀ ਚੱਲਦੀ ਤੇ ਤੁਹਾਡੇ ਹਰ ਰੋਮ ਚੋਂ ਨਾਮ ਚੱਲੇਗਾ। ਗੁਰਮੁਖ ਰੋਮ ਰੋਮ ਹਰ ਧਿਆਵੈ। ਸੋ ਜਿਨ੍ਹਾਂ ਦੇ ਅੰਦਰ ਮਹਾਨ ਰਾਜਾ ਅਕਾਲ ਪੁਰਖ ਪ੍ਰਗਟ ਹੈ, ਉਹਨਾਂ ਦੇ ਅੰਦਰ ਅਨਹਦ ਸ਼ਬਦ ਚੱਲਦੇ ਹੀ ਰਹਿੰਦੇ ਹਨ। ਤਿਸ ਪਹਿ ਕਿਆ ਚਤੁਰਾਈ। ਉਹਦੇ ਦਰ ਤੇ ਕੋਈ ਚਲਾਕੀ ਨਹੀਂ ਚੱਲਦੀ। ਦੁਨਿਆਵੀ ਚਤੁਰਾਈਆਂ ਉਹਦੇ ਦਰ ਤੇ ਕੰਮ ਨਹੀਂ ਆਉਂਦੀਆਂ। ਦੁਨੀਆ ਨੂੰ ਬੜਾ ਠੱਗ ਲੈਂਦੇ ਅਸੀਂ, ਉਹ ਨਹੀਂ ਠੱਗਿਆ ਜਾਂਦਾ, ਹਿਸਾਬ ਬਰਾਬਰ ਕਰਦਾ ਹੈ। ਮਿਲ ਨਾਨਕ ਆਪ ਗਵਾਈ। ਚਤੁਰਾਈਆਂ ਦਾ ਹੰਕਾਰ, ਰੁਤਬੇ ਦਾ ਹੰਕਾਰ, ਜਾਤ ਪਾਤ ਦਾ ਹੰਕਾਰ, ਇਹ ਫਿਰ ਹੀ ਮਿਟੇਗਾ ਅਗਰ ਪਰਮੇਸ਼ਵਰ ਦੀ ਕਿਰਪਾ ਹੋਵੇਗੀ। ਤੇ ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਜਿਹੜੇ ਪਰਮੇਸ਼ਵਰ ਤਾਈਂ ਪਹੁੰਚ ਜਾਂਦੇ ਨੇ, ਉਹਨਾਂ ਦਾ ਹੰਕਾਰ ਮਿਟਦਾ ਹੈ, ਉਹਨਾਂ ਦੇ ਰੋਗ ਮਿਟਦੇ ਨੇ, ਸੰਸੇ ਮਿਟਦੇ ਨੇ, ਸ਼ੱਕ ਮਿਟਦੇ ਨੇ, ਭਰਮ ਮਿਟਦੇ ਨੇ, ਚਿੰਤਾਵਾਂ ਮਿਟਦੀਆਂ ਨੇ, ਡਿਪਰੈਸ਼ਨ ਮੁੱਕ ਜਾਂਦਾ ਹੈ। ਸੋ ਅਕਾਲ ਪੁਰਖ ਦੀ ਸ਼ਰਨ ਆ ਕੇ ਸੁੱਖਾਂ ਦੀ ਪ੍ਰਾਪਤੀ ਹੈ, ਦੁੱਖ ਖਤਮ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਇਹ ਹੁਕਮ ਕਰਦੇ ਨੇ ਅਕਾਲ ਪੁਰਖ ਦੀ ਸ਼ਰਨ ਪੈਣਾ ਕਰੋ। ਸੋ ਇੱਥੇ ਦਾਸ ਪਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਰਮਾਨ ਦੀ
ਵਿਆਖਿਆ ਦੀ ਸਮਾਪਤੀ ਕਰਦਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ, ਜਿਨ੍ਹਾਂ ਦਾ ਇਹ ਪਾਕ ਫੁਰਮਾਨ ਹੈ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਆਓ ਬਾਪੂ ਦੇ ਅਗੰਮੀ ਇਤਿਹਾਸ ਨਾਲ ਜੁੜੀਏ, ਸਾਡਾ ਇਹ ਜੀਵਨ ਸਫਲਾ ਹੋ ਸਕੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਮਾਮੂਲੀ ਇਨਸਾਨ ਨਹੀਂ ਸਨ, ਤੁਹਾਡੇ ਮੇਰੇ ਵਰਗੇ ਆਮ ਇਨਸਾਨ ਨਹੀਂ ਸਨ। ਅਸੰਭਵ ਉਦਵਿਓ ਪੁਰਖ ਪੂਰਨ ਵਿਧਾਤੋ। ਮਹਾਰਾਜ ਫਿਰ ਕੌਣ ਨੇ ਗੁਰੂ ਅਰਜਨ ਸਾਹਿਬ? ਕਹਿੰਦੇ ਗੁਰੂ ਅਰਜਨ ਸਾਹਿਬ ਉਹ ਹੈ ਜਿਹੜਾ ਪਰਮੇਸ਼ਵਰ ਲੋਕਾਂ ਵਿੱਚ ਪ੍ਰਚਲਿਤ ਹੈ ਵੀ ਅਜਨਮਾ ਹੈ, ਜੰਮਦਾ ਨਹੀਂ ਹੈ। ਜਿਹੜਾ ਪਰਮਾਤਮਾ ਪੂਰਨ ਹੈ, ਹਰ ਜ਼ਰੇ ਵਿੱਚ ਸੁਭਾਏਮਾਨ ਹੈ, ਦੁਨੀਆ ਦਾ ਸਿਰਜਣਹਾਰ ਹੈ, ਉਹੀ ਆਪਣੀ ਅਜ਼ਮਤ ਲੈ ਕੇ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ, ਉਦੇ ਹੋਇਆ ਹੈ, ਦੁਨੀਆ ਦੇ ਉੱਤੇ ਉਸ ਦਾ ਆਗਾਜ਼ ਹੋਇਆ ਹੈ। ਹੁਣ ਭੱਟ ਸਾਹਿਬਾਨ ਸੁਲਝੇ ਨੇ, ਵੱਡੇ ਮਹਾਪੁਰਸ਼ ਨੇ, ਉਹ ਜਾਣਦੇ ਨੇ। ਕਈ ਵਾਰ ਫਿਰ ਬੰਦਾ ਸ਼ੰਕਾ ਕਰ ਲੈਂਦਾ ਹੈ ਵੀ ਸ਼ਾਇਦ ਗੁਰੂ ਅਰਜਨ ਸਾਹਿਬ ਆਮ ਇਨਸਾਨ ਹੋਣ। ਉਹ ਹੋਰ ਪ੍ਰੋੜਤਾ ਕਰਦੇ ਹੋਏ ਅੱਗੇ ਕਹਿੰਦੇ ਨੇ ਵੀ ਭਲਿਓ ਗੁਰੂ ਅਰਜਨ ਸਾਹਿਬ ਨੂੰ ਰੱਬ ਵਰਗਾ ਵੀ ਨਹੀਂ ਕਹਿਣਾ, ਇਹ ਵੀ ਗੁਨਾਹ ਹੈ। ਰੱਬ ਵਰਗੇ ਵੀ ਬੜੇ ਮਹਾਪੁਰਸ਼ ਹੋਏ ਨੇ। ਕੋਈ ਸੱਚ ਬੋਲਦਾ, ਤੁਸੀਂ ਕਹਿੰਦੇ ਜੀ ਰੱਬ ਵਰਗਾ ਹੈ। ਸੰਤੋਖੀ ਹੈ ਕੋਈ, ਤੁਸੀਂ ਕਹਿੰਦੇ ਜੀ ਰੱਬ ਵਰਗਾ ਹੈ। ਦਇਆਵਾਨ ਹੈ, ਤੁਸੀਂ ਕਹਿੰਦੇ ਉਹ ਰੱਬ ਵਰਗਾ ਹੈ। ਕਹਿੰਦੇ ਨਹੀਂ, ਧਰਨ ਗਗਨ ਨਵ ਖੰਡ ਮਹਿ ਜੋਤ ਸਵਾਰੂਪੀ ਰਹਿਓ ਪਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ, ਗੁਰੂ ਅਰਜਨ ਹੀ ਰੱਬ ਹੈ। ਗੁਰੂ ਅਰਜਨ ਸਾਹਿਬ ਹੀ ਪਰਮੇਸ਼ਵਰ ਨੇ। ਗੁਰੂ ਅਰਜਨ ਸਾਹਿਬ ਚੋਲਾ ਹੈ, ਅਕਾਲ ਪੁਰਖ ਜੋਤ ਹੈ। ਸੋ ਭੱਟ ਸਾਹਿਬਾਨ ਕਹਿੰਦੇ ਨੇ ਇਹ ਭੁਲੇਖਾ ਨਾ ਖਾ ਜਿਓ ਵੀ ਉਹ ਤੁਹਾਡੇ ਵਰਗੇ ਨੇ ਜਾਂ ਸਾਡੇ ਵਰਗੇ ਨੇ। ਸੋ ਕੁੱਲ ਕਾਇਨਾਤ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਐਸੀ ਬੁਲੰਦ ਹਸਤੀ ਦੇ ਮਾਲਕ ਨੇ। ਆਪਣੇ ਜੀਵਨ ਕਾਲ ਦੇ ਵਿੱਚ ਸਾਡੀ ਝੋਲੀ ਅਕਾਲ ਪੁਰਖ ਦੇ ਪਾਕ ਬੋਲ ਪਾਉਣੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਇੱਥੇ ਰਾਮਸਰ 1661 ਬਿਕਰਮੀ ਸੰਮਤ ਜੀ ਮਹਾਰਾਜ ਨੇ ਇਹ ਬਾਣੀ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ। ਇਹ ਪਾਕ ਹਰਮੰਦਰ ਸਾਹਿਬ ਦਾ ਸਥਾਨ ਮਹਾਰਾਜ ਨੇ ਸਾਡੀ ਝੋਲੀ ਪਾਇਆ, ਜਿਹਦੇ ਬਾਰੇ ਬਾਣੀ ਕਹਿੰਦੀ ਹੈ ਡਿਠੈ ਸਭੈ ਤਾਵ ਨਹੀਂ ਤੁਧ ਜਿਹਿਆ। ਇਹ ਤਰਨ ਤਾਰਨ ਸਾਹਿਬ ਦਾ ਪਾਕ ਦਰਬਾਰ ਸਾਡੀ ਝੋਲੀ ਪਾਇਆ। ਦੁਨੀਆ ਦੇ ਵਿੱਚ ਬੜੀਆਂ ਕੁਰੀਤੀਆਂ ਚੱਲ ਰਹੀਆਂ ਸਨ, ਉਹਨਾਂ ਦਾ ਖੁਰਾ ਖੋਜ ਮਿਟਾਇਆ। ਗੁਰੂ ਨਾਨਕ ਸਾਹਿਬ ਦੇ ਅਗੰਮੀ ਤਖਤ ਦੇ 5ਵੇਂ ਵਾਰਸ ਔਰ ਉਸ ਖੁਦ ਖੁਦਾ ਦੇ ਰੂਪ ਗੁਰੂ ਅਰਜਨ ਸਾਹਿਬ, ਜਿਹੜਾ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਚ ਮੌਜੂਦ ਹੈ। ਪੁੱਛਿਓ ਬਾਣੀ ਨੂੰ ਗੁਰੂ ਰਾਮਦਾਸ ਕੌਣ ਹੈ? ਪਤਾ ਕੀ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਇਹ ਉਹ ਵੀ ਧਿਆਨ ਨਾਲ ਸੁਣਨ, ਸ਼ਰਵਣਾ ਨੂੰ ਖੋਲ ਕੇ, ਜਿਹੜੇ ਕਹਿੰਦੇ ਸਿੱਖੀ ਵਿੱਚ ਕਰਾਮਾਤ ਹੈ ਨਹੀਂ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਨੇ। ਐਸ ਗਿਆਨੀ ਨੇ ਕਹਿਤਾ ਜੀ ਕਰਾਮਾਤ ਹੈ ਨਹੀਂ, ਐਸ ਗਿਆਨੀ ਨੇ ਕਹਿ ਦਿੱਤਾ। ਮੈਂ ਪੁੱਛਾਂ ਵੀ ਲਿਖਿਆ ਕਿੱਥੇ ਹੈ ਬਾਣੀ ਵਿੱਚ ਕਰਾਮਾਤ ਹੈ ਨਹੀਂ ਹੈ? ਫਿਰ ਕੁਝ ਨਹੀਂ ਲੱਭਦਾ ਇਹਨਾਂ ਨੂੰ। ਰੱਬ ਦਾ ਵਾਸਤਾ ਹੀ ਕੁਫਰ ਨਾ ਤੋਲਿਆ ਕਰ, ਸਿੱਖੀ ਖਲੋਤੀ ਹੀ ਕਰਾਮਾਤ ਦੇ ਸਿਰ ਤੇ ਹੈ। ਆ ਜਿਹੜਾ ਦਿਹਾੜਾ ਅੱਜ ਆਪਾਂ ਮਨਾ ਰਹੇ ਹਾਂ, ਇਹਦੋਂ ਵੱਡੀ ਕਿਹੜੀ ਕਰਾਮਾਤ ਹੈ? ਤਤੀ ਤਵੀ ਤੇ ਬਹਿ ਕੇ ਵੀ ਸਾਡਾ ਬਾਪੂ ਗੁਰੂ ਅਰਜਨ ਠੰਡਾ ਰਹਿੰਦਾ ਹੈ। ਤੇ ਜੇ ਕਰਾਮਾਤ ਨਹੀਂ ਚੰਗੀ ਲੱਗਦੀ ਤੇ ਪੰਕਤੀਆਂ ਕੱਢ ਦਿਓ ਬਾਣੀ ਚ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ। ਕਹਿੰਦੇ ਅਕਾਲ ਪੁਰਖ ਨੇ ਇੱਕ ਮੁਜਸਮਾ ਤਿਆਰ ਕੀਤਾ ਔਰ ਉਸ ਮੁਜਸਮੇ ਨੂੰ, ਪਾਕ ਸਰੀਰ ਨੂੰ ਆਪ ਧਾਰਿਆ। ਆਮ ਸਰੀਰਾਂ ਵਰਗਾ ਸਰੀਰ ਨਹੀਂ ਸੀ।
ਇਹ ਉਹ ਸਰੀਰ ਸੀ ਜਿਹਦੇ ਵਿੱਚ ਪਰਮੇਸ਼ਵਰ ਪੂਰੀ ਕਰਾਮਾਤ ਲੈ ਕੇ ਬੈਠੇ ਹੋਏ ਸਨ। ਐਸੇ ਗੁਰੂ ਰਾਮਦਾਸ ਦੀ ਝੋਲੀ ਵਿੱਚ ਗੋਦ ਵਿੱਚ ਖੇਡਣ ਵਾਲਾ ਸਾਡਾ ਬਾਪੂ ਗੁਰੂ ਅਰਜਨ ਸਾਹਿਬ ਸੱਚਾ ਪਾਤਸ਼ਾਹ ਜੀਵਨ ਕਾਲ ਸਮੁੱਚੀ ਕਾਇਨਾਤ ਨੂੰ ਬੜੀਆਂ ਦਾਤਾਂ ਉਸਨੇ ਵੰਡੀਆਂ ਨੇ। ਫਿਰ ਉਹਨੇ ਮਹਾਨ ਸ਼ਹਾਦਤ ਦੀ ਅਵਧੀ ਨੂੰ ਵੀ ਮਾਣਿਆ ਹੈ। ਸ਼ਹੀਦੀ ਨੂੰ ਗੁਰੂ ਪਾਤਸ਼ਾਹ ਨੇ ਹੋਰ 4 ਚੰਨ ਲਾਏ ਨੇ। ਇਸ ਸ਼ਹੀਦ ਲਫ਼ਜ਼ ਦਾ ਵਜੂਦ ਜੋ ਕੁਰਾਨ ਤੋਂ ਹਦੀਸ ਤੋਂ ਪ੍ਰਗਟ ਹੈ, ਮਹਾਰਾਜ ਪਾਤਸ਼ਾਹ ਸ਼ਹਾਦਤ ਦੀ ਅਵਧੀ ਮਾਣਦੇ ਨੇ। ਇਹ ਜਿਹੜਾ ਸ਼ਹੀਦ ਲਫ਼ਜ਼ ਹੈ ਇਹਦੇ ਵੱਲ ਧਿਆਨ ਦਿਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰ ਆਇਆ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਪੀਰ ਪੈਗੰਬਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ। ਇੱਥੇ ਸ਼ਹੀਦ ਲਫ਼ਜ਼ ਆਇਆ ਹੈ। ਇੱਕ ਜਗ੍ਹਾ ਬਾਬਾ ਰਵਿਦਾਸ ਜੀ ਮਹਾਰਾਜ ਦੇ ਬੋਲ ਨੇ ਈਦ, ਉੱਥੇ ਉਹ ਮਹਾਪੁਰਸ਼ ਕਹਿੰਦੇ ਨੇ ਜਾ ਕੈ ਈਦ ਬਕਰੀਦ ਕੁਲ ਗਊਰੇ ਬਦ ਕਰ ਹੈ ਮਾਨੀਏ ਹੈ ਸ਼ੇਖ ਸ਼ਹੀਦ ਪੀਰਾ। ਸੋ ਇਹ 2 ਵਾਰ ਬਾਣੀ ਦੇ ਵਿੱਚ ਲਫ਼ਜ਼ ਆਇਆ ਹੈ। ਤੇ ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਅੱਛਾ, ਇਹ ਲਫ਼ਜ਼ ਨਾ ਹਿੰਦੀ ਦਾ ਹੈ ਨਾ ਗੁਰਮੁਖੀ ਦਾ ਹੈ। ਭਾਰਤ ਵਰਸ਼ ਦੇ ਅੰਦਰ ਕਿਸੇ ਵੀ ਲੈਂਗੁਏਜ ਵਿੱਚ ਇਹ ਲਫ਼ਜ਼ ਪ੍ਰਗਟ ਨਹੀਂ ਹੋਇਆ। ਕੁਰਾਨ ਵਿੱਚ ਆਵੇਗਾ ਜਾਂ ਹਦੀਸਾਂ ਦੇ ਵਿੱਚ ਆਉਂਦਾ ਹੈ ਸ਼ਹੀਦ ਲਫ਼ਜ਼। ਹਦੀਸ ਅਰਬੀ ਦਾ ਲਫ਼ਜ਼ ਹੈ, ਭਾਵ ਹੁੰਦਾ ਹੈ ਗੱਲਬਾਤ। ਖਾਸ ਕਰਕੇ ਹਦੀਸ ਲਫ਼ਜ਼ ਵਰਤਿਆ ਜਾਂਦਾ ਹੈ ਪੈਗੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ਹਦੀਸ ਦਾ ਭਾਵ ਹੈ ਮੁਹੰਮਦ ਸਾਹਿਬ ਦੇ ਕਥਨ ਬਾਤਾਂ, ਜਿਨ੍ਹਾਂ ਦੇ ਅਨੁਸਾਰ ਸਾਡੇ ਮੁਸਲਮਾਨ ਵੀਰ ਜੀਵਨ ਬਤੀਤ ਕਰਦੇ ਨੇ। ਧਰਮ ਵਿਵਸਥਾ ਦੇ ਬਚਨ ਬਾਣੀ ਵਿੱਚ ਵੀ ਇਹ ਹਦੀਸ ਲਫ਼ਜ਼ ਆਉਂਦਾ ਹੈ। ਨਾ ਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ। ਇਉਂ ਸਮਝ ਲਓ ਹਦੀਸ ਦਾ ਮਤਲਬ ਹੈ ਜਿਵੇਂ ਸਾਡੇ ਸਿੱਖਾਂ ਅੰਦਰ ਰਹਿਤਨਾਮੇ ਨੇ ਨਾ, ਇਸਲਾਮ ਜਗਤ ਦੀ ਰਹਿਤ ਨੂੰ ਹਦੀਸ ਕਹਿੰਦੇ ਨੇ। ਹੁਣ ਸਾਡੇ ਕੋਲ ਧਾਰਮਿਕ ਪਾਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਦਸਮ ਗ੍ਰੰਥ ਸਾਹਿਬ ਨੇ, ਸਰਬਲੋ ਦੀ ਬਾਣੀ ਹੈ, ਭਾਈ ਗੁਰਦਾਸ ਭਾਈ ਨੰਦ ਲਾਲ ਦੀ ਬਾਣੀ ਹੈ। ਤੇ ਸਾਡਾ ਜੀਵਨ ਜਿਹੜਾ ਹੈ ਉਹ ਰਹਿਤਨਾਮਿਆਂ ਦੇ ਅਕੋਰਡਿੰਗ ਚਾਹੀਦਾ ਹੈ। ਉਹ ਵੱਖ ਪੁਸਤਕਾਂ ਨੇ। ਇਦਾਂ ਹੀ ਹਿੰਦੂ ਵੀਰਾਂ 'ਚ ਧਾਰਮਿਕ ਗ੍ਰੰਥ ਵੇਦ ਨੇ, ਗੀਤਾ ਹੈ। ਸ਼ਾਸਤਰਾਂ ਅਨੁਸਾਰ ਉਹ ਜੀਵਨ ਬਤੀਤ ਕਰਦੇ ਨੇ, ਉਹ ਵੱਖਰੇ ਗ੍ਰੰਥ ਨੇ। ਇਦਾਂ ਹੀ ਇਸਲਾਮ ਜਗਤ ਵਿੱਚ ਪਾਕ ਗ੍ਰੰਥ ਕੁਰਾਨ ਹੈ ਤੇ ਜੀਵਨ ਬਤੀਤ ਉਹ ਹਦੀਸਾਂ ਦੇ ਅਕੋਰਡਿੰਗ ਕਰਦੇ ਨੇ। ਸੋ ਸ਼ਹੀਦ ਲਫ਼ਜ਼ ਇਸਲਾਮ ਜਗਤ ਦਾ ਹੈ। ਜਦੋਂ ਮਹਿਮੂਦ ਗਜ਼ਨਵੀ 1001 ਵਿੱਚ ਭਾਰਤ ਆਉਂਦਾ ਹੈ, ਨਾਲ ਹੀ ਕੁਰਾਨ ਆ ਜਾਂਦੀ ਹੈ, ਨਾਲ ਹੀ ਇਹ ਲਫ਼ਜ਼ ਆ ਜਾਂਦਾ ਹੈ। ਉਹਦੇ ਬਾਅਦ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਾਕ ਬਾਣੀ ਵਿੱਚ ਆਉਂਦਾ ਹੈ। ਫਿਰ ਉਹਦੇ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਅਗਾਂਹ ਚਲੋ ਹੋਰਾਂ ਪੁਸਤਕਾਂ ਵਿੱਚ ਵੀ ਆ ਗਿਆ ਹੋਵੇਗਾ, ਪਹਿਲਾਂ ਕਿਧਰੇ ਨਹੀਂ ਸੀ। ਸ਼ਹੀਦ ਦਾ ਮਤਲਬ ਹੈ ਗਵਾਹ, ਸੱਚੀ ਗਵਾਹੀ ਦੇਣ ਵਾਲਾ, ਸ਼ਹਾਦਤ ਦੇਣ ਵਾਲਾ। ਧਰਮ ਯੁੱਧ ਵਿੱਚ ਜਿਸ ਨੇ ਜੀਵਨ ਦਾਅ ਤੇ ਲਾਇਆ ਹੈ, ਜੋ ਦੀਨ ਦੀ ਖਾਤਰ ਸਿਰ ਦਿੰਦਾ ਹੈ, ਜੋ ਖੁਦਾ ਦੇ ਦਰਬਾਰ ਵਿੱਚ ਸੱਚ ਬੋਲਦਾ ਹੈ, ਸੋ ਬੇਅੰਤ ਅਰਥ ਨੇ ਸ਼ਹੀਦ ਦੇ। ਸ਼ਹੀਦ ਹੈ ਗਵਾਹੀ ਦੇਣ ਵਾਲਾ ਤੇ ਸ਼ਹਾਦਤ ਹੈ ਗਵਾਹੀ ਦੇਣੀ, ਦੀਨ ਦੀ ਖਾਤਰ ਸਿਰ ਦੇਣਾ। ਸੋ ਇਸਲਾਮ ਧਰਮ ਤੋਂ ਇਸ ਲਫ਼ਜ਼ ਦੀ ਸ਼ੁਰੂਆਤ ਹੋਈ। ਇਸ ਲਫ਼ਜ਼ ਦੀ ਵਡਿਆਈ ਅਗਰ ਧਿਆਨ ਨਾਲ ਵੇਖੀਏ ਓਨੀ ਇਸਲਾਮ ਜਗਤ ਕਰਕੇ ਨਹੀਂ ਵਧੀ ਜਿੰਨੀ ਸਿੱਖ ਜਗਤ ਕਰਕੇ ਵਧੀ ਹੈ। 10 ਲੱਖ ਦੇ ਇਰਦ ਗਿਰਦ ਕੁਰਬਾਨੀਆਂ ਨੇ ਸਿੱਖ ਜਗਤ ਦੇ ਅੰਦਰ, ਇਨਸਾਨੀਅਤ ਦੀ ਖਾਤਰ, ਦੇਸ਼ ਦੀ ਖਾਤਰ, ਦੀਨ ਦੀ ਖਾਤਰ, ਲੋਕਾਈ ਦੀ ਖਾਤਰ। ਇਉਂ ਪਿਆ ਜਾਪਦਾ ਹੈ ਵੀ ਸ਼ਹੀਦ ਲਫ਼ਜ਼ ਸਾਡਾ ਹੀ ਹੈ, ਹੋਰ ਕਿਸੇ ਕੌਮ ਲਈ ਇਹ ਬਣਿਆ ਹੀ ਨਹੀਂ ਹੈ। ਸ਼ਹੀਦੀ ਦੇ ਕਾਰਨ ਕੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ?
मैं मुख कारण तो शुरू करदा है। ਆਟੋਬਾਇਓਗ੍ਰਾਫੀ है जहांगीर दी, तुझके जहांगीरी। तुझके जहांगीरी दे विच जहांगीर ये गल आप लिखदा है। ਜਦੋਂ ਤੁਸੀਂ ਸਿੱਖ ਜਗਤ ਦੇ ਧਾਰਮਿਕ ਗ੍ਰੰਥ ਪੜ੍ਹਦੇ ਹੋ ਨਾ, ਪੰਥ ਪ੍ਰਕਾਸ਼ ਆਦਿਕ, ਉਹਨਾਂ ਵਿੱਚ ਵੀ ਇਹ ਤੁਸਕੇ ਜਹਾਂਗੀਰੀ ਬਾਬਤ ਲਿਖਿਆ ਵੀ ਇਦਾਂ ਦਾ ਬੜਾ ਕੁਝ ਜਹਾਂਗੀਰ ਨੇ ਉੱਥੇ ਕਿਹਾ ਹੈ। ਕਹਿੰਦਾ ਜਿਹੜਾ ਗੋਇੰਦਵਾਲ ਹੈ ਨਾ, ਦਰਿਆਏ ਬਿਆਸ ਦੇ ਕੰਢੇ ਉੱਤੇ, ਉਸ ਸ਼ਹਿਰ ਦੇ ਵਿੱਚ ਇੱਕ ਅਰਜਨ ਨਾਮੀ ਹਿੰਦੂ ਰਹਿੰਦਾ ਹੈ। ਉਹਦੇ ਬੋਲ ਨੇ ਇਹ, ਉੱਥੇ ਇਸ ਦੀ ਰਿਹਾਇਸ਼ ਹੈ। ਪੀਰ ਤੇ ਸ਼ੈਖੀ ਦੇ ਭੇਸ ਵਿੱਚ ਰਹਿੰਦਾ ਹੈ। ਪੀਰ ਅਖਵਾਉਂਦਾ ਹੈ, ਗੁਰੂ ਅਖਵਾਉਂਦਾ ਹੈ। ਸਿੱਧੇ ਸਾਦੇ ਹਿੰਦੂ ਇਹਦੇ ਪਿੱਛੇ ਲੱਗੇ ਹੋਏ ਨੇ, ਮੂਰਖ ਬਣੇ ਹੋਏ ਨੇ। ਇੱਥੇ ਹੀ ਬਸ ਨਹੀਂ, ਕੁਝ ਜਿਹੜੇ ਮੁਸਲਮਾਨ ਨੇ ਬੇਅਕਲ, ਉਹ ਵੀ ਇਹਦੇ ਚੇਲੇ ਬਣੇ ਹੋਏ ਨੇ। ਇਹਨੂੰ ਲੋਕ ਗੁਰੂ ਕਹਿੰਦੇ ਨੇ। ਉਹ ਅੱਗੇ ਲਿਖਦਾ ਹੈ, ਸਭਨਾ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲੇ ਆਉਂਦੇ ਨੇ ਇਹਦੇ ਕੋਲ ਇਕੱਠੇ ਹੋ ਕੇ। ਰੌਣਕ ਲੱਗੀ ਰਹਿੰਦੀ ਹੈ ਉਹਦੇ ਦਰ ਉੱਤੇ, ਉਹਦੇ ਤੇ ਭਰੋਸਾ ਪੂਰਾ ਰੱਖਦੇ ਨੇ ਇਹ ਲੋਕ। ਕਹਿੰਦਾ 3-4 ਪੁਸ਼ਤਾਂ ਤੋਂ ਉਸ ਦੀ ਜਿਹੜੀ ਦੁਕਾਨ ਸੀ ਨਾ, ਬੜੀ ਗਰਮ ਚੱਲ ਰਹੀ ਸੀ। ਭਾਵ ਪਿਛਲਿਆਂ ਗੁਰੂਆਂ ਦੀ ਗੱਲ ਕਰਦਾ ਹੈ। ਸੋ ਕਹਿੰਦਾ ਇਹ ਜਿਹੜੀ ਦੁਕਾਨ ਸੀ ਨਾ, ਇਹਨੂੰ ਦੂਰ ਕਰਨ ਲਈ, ਦੀਨੇ ਇਸਲਾਮ ਦੀ ਜਮਾਤ ਵਿੱਚ ਲਿਆਉਣ ਦੇ ਲਈ ਮੈਂ ਬੜੇ ਚਿਰ ਤੋਂ ਹੀ ਸੋਚ ਰਿਹਾ ਸੀ। ਸੋ ਪਹਿਲਾ ਕਾਰਨ ਤੇ ਇਹ ਹੈ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ, ਭਾਰਤ ਵਰਸ਼ ਵਿੱਚ ਸਿੱਖ ਜਗਤ ਦਾ ਜਿਹੜਾ ਬਗੀਚਾ ਹੈ ਉਹ ਬੜਾ ਪ੍ਰਫੁੱਲਤ ਹੋਇਆ। ਬੜੇ ਬੜੇ ਮੁਸਲਮਾਨ ਵੀਰ ਸਿੱਖ ਬਣਨ ਲੱਗੇ, ਹਿੰਦੂ ਸਿੱਖ ਬਣਨ ਲੱਗੇ। ਹੁਣ ਜਿਹੜੇ ਬੜੇ ਕੱਟੜ ਇਸਲਾਮ ਦੇ ਧਾਰਨੀ ਨੇ ਜਾਂ ਪੈਰੋਕਾਰ ਸਨ, ਪ੍ਰਚਾਰਕ ਸਨ, ਉਹਨਾਂ ਜਹਾਂਗੀਰ ਦੇ ਬੜੇ ਕੰਨ ਭਰੇ ਵੀ ਇਸਲਾਮ ਨੂੰ ਖਤਰਾ ਹੈ ਗੁਰੂ ਅਰਜਨ ਤੋਂ, ਇਹਦਾ ਖੁਰਾ ਖੋਜ ਮਿਟਾ ਦੇਣਾ ਚਾਹੀਦਾ ਹੈ। ਸੋ ਐਸੇ ਲੋਕ ਉਹਦੇ ਕੰਨ ਭਰਦੇ ਰਹਿੰਦੇ ਸਨ। ਇਹ ਮੁੱਖ ਕਾਰਨ ਹੈ। ਸਿੱਖੀ ਦੀ ਚੜ੍ਹਦੀ ਕਲਾ ਨਾ ਜਰੀ ਗਈ ਜਹਾਂਗੀਰ ਦੇ ਕੋਲੋਂ। ਉਹਨੂੰ ਇੱਕ ਬਹਾਨਾ ਮਿਲਦਾ ਹੈ। ਉਹ ਤੁਜ਼ਕੇ ਜਹਾਂਗੀਰੀ ਵਿੱਚ ਲਿਖਦਾ ਹੈ ਵੀ ਉਹਨਾਂ ਦਿਨਾਂ ਵਿੱਚ ਨਾ, ਕਹਿੰਦਾ ਮੇਰਾ ਜਿਹੜਾ ਸ਼ਹਿਜ਼ਾਦਾ ਖੁਸਰੋ ਹੈ, ਉਹਨੇ ਤਖਤ ਮੱਲਣ ਦੇ ਲਈ ਮੇਰੇ ਉਲਟ ਬਗਾਵਤ ਕੀਤੀ ਸੀ। ਕਹਿੰਦਾ ਉਹ ਭੱਜਦਾ ਹੋਇਆ, ਦੌੜਦਾ ਹੋਇਆ ਜਦੋਂ ਇੱਥੋਂ ਲੰਘਿਆ ਨਾ ਗੋਇੰਦਵਾਲ ਤੋਂ, ਉਹ ਗੁਰੂ ਅਰਜਨ ਸਾਹਿਬ ਨੂੰ ਮਿਲਦਾ ਹੈ। ਤੇ ਜੋ ਮੇਰੇ ਕੰਨੀ ਖਬਰ ਪਈ ਹੈ, ਗੁਰੂ ਅਰਜਨ ਨੇ ਉਹਦੇ ਮੱਥੇ ਤੇ ਕੇਸਰ ਦਾ ਟਿੱਕਾ ਲਾਇਆ, ਤਿਲਕ ਲਾਉਣਾ ਕੀਤਾ ਹੈ, ਅਸ਼ੀਰਵਾਦ ਦਿੱਤਾ ਹੈ। ਜਦੋਂ ਇਹ ਖਬਰ ਕਹਿੰਦਾ ਮੇਰੇ ਕੰਨਾਂ ਵਿੱਚ ਪਈ ਨਾ, ਤੇ ਕਹਿੰਦਾ ਮੈਂ ਫਿਰ ਇੱਕ ਹੁਕਮ ਲਾਗੂ ਕੀਤਾ ਹੈ ਮੁਰਤਜ਼ਾ ਖਾਨ ਨੂੰ। ਇਹ ਕਹਿੰਦਾ ਮੈਂ ਜ਼ਿੰਮੇਵਾਰੀ ਦਿੱਤੀ, ਗੁਰੂ ਅਰਜਨ ਨੂੰ ਗ੍ਰਿਫਤ ਵਿੱਚ ਲੈ ਕੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ। ਮੈਂ ਹੁਕਮ ਕੀਤਾ ਇਹਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਜਾਵੇ, ਇਹਦੀ ਜਾਇਦਾਦ ਜ਼ਬਤ ਕਰ ਲਈ ਜਾਵੇ, ਇਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਸੋ ਮੁੱਖ ਕਾਰਨ ਤੇ ਹੈ ਇਹ। ਵੈਸੇ ਜਿਹੜੀ ਤੁਜ਼ਕੇ ਜਹਾਂਗੀਰੀ ਹੈ ਨਾ, ਮੈਮਰੀਜ਼ ਆਫ ਜਹਾਂਗੀਰ, ਇਹ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਟ ਕੀਤੀ। ਅਲੈਗਜ਼ੈਂਡਰ ਰੋਜਰਸ ਉਹਦਾ ਨਾਮ ਹੈ ਵਿਦਵਾਨ ਦਾ। ਮੈਂ ਉਹਦੀ ਇਹ ਪੁਸਤਕ ਪੜ੍ਹੀ ਹੈ। 72-73 ਪੇਜ ਦੇ ਉੱਤੇ ਨਾ ਉਹਨੇ ਅਰਜਨ ਦਾ ਸਿੱਖ ਲੀਡਰ ਇਹ ਲਫ਼ਜ਼ ਲਿਖੇ ਨੇ। ਉਹਦੇ ਥੱਲੇ ਇਹ ਸਾਰਾ ਬਚਨ ਬਿਲਾਸ ਲਿਖਿਆ ਹੈ ਗੁਰੂ ਅਰਜਨ ਸਾਹਿਬ ਬਾਬਤ। ਉਹਨੇ ਲਫ਼ਜ਼ ਉੱਥੇ ਗੋਬਿੰਦਵਾਲ ਵਰਤੇ ਨੇ। ਕਹਿੰਦਾ ਇਨ ਗੋਬਿੰਦਵਾਲ which is on the river of Bias there was a Hindu named Arjan। ਉਹਨੇ ਹਿੰਦੂ ਲਿਖਿਆ ਮਹਾਰਾਜ ਨੂੰ। ਹਰੇ ਕੇ ਗੁਰੂ ਅਰਜਨ ਸਾਹਿਬ ਨੇ ਸਾਫ਼ ਕਿਹਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਣ, ਗੁਰ ਸਤਗੁਰ ਕਾਜੋ ਸਿੱਖ ਅਖਾਏ। ਅਸੀਂ ਸਿੱਖ ਹਾਂ,
ਨਾ ਅਸੀਂ ਗਾਇਤਰੀ ਪੜ੍ਹਦੇ ਨਾ ਕਲਮਾ ਪੜ੍ਹਦੇ ਹਾਂ, ਸਾਡਾ ਧਰਮ ਵੱਖਰਾ ਹੈ। ਖੈਰ ਬਹੁਤੇ ਹਿੰਦੂ ਸ਼ਰਧਾਲੂ ਸਨ ਮਹਾਰਾਜ ਦੇ, ਉਹ ਇਸ ਕਰਕੇ ਲਫ਼ਜ਼ ਵਰਤਦਾ ਹੈ। ਖੈਰ ਉਹ ਕਹਿੰਦਾ ਮੈਨੂੰ ਮੌਕਾ ਮਿਲ ਗਿਆ, ਖੁਸਰੋ ਦੇ ਬਾਗੀ ਹੋਣ ਕਾਰਨ ਇਹ ਗੁਰੂ ਅਰਜਨ ਤੇ ਇਲਜ਼ਾਮ ਲੱਗ ਗਿਆ ਵੀ ਇਹਨੇ ਉਹਦੀ ਮਦਦ ਕੀਤੀ ਹੈ, ਦੇਸ਼ ਦੇ ਬਾਗੀ ਦਾ ਪੱਖ ਲਿਆ ਹੈ, ਜਿਸ ਕਰਕੇ ਮੌਤ ਦੀ ਸਜ਼ਾ ਮੈਂ ਸੁਣਾਈ ਹੈ। ਦੇਖੋ ਇਹ ਵੀ ਪੱਖ ਹੈ। ਇੰਨੀ ਚੜ੍ਹਦੀ ਕਲਾ ਹੋ ਗਈ ਸੀ ਸਿੱਖੀ ਦੀ ਉਸ ਸਮੇਂ, ਇਸਲਾਮ ਜਗਤ ਦਾ ਮੁੱਖ ਪ੍ਰਚਾਰਕ ਸੀ ਸਾਈਂ ਮੀਆਂ ਮੀਰ। ਉਹਨੇ ਕੁਰਾਨ ਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਦੀ ਪਾਕ ਬਾਣੀ ਸੁਖਮਣੀ ਸੁਣਨੀ ਸ਼ੁਰੂ ਕਰ ਦਿੱਤੀ ਸੀ। ਉਹ ਗੁਰੂ ਦਾ ਸੇਵਕ ਬਣ ਗਿਆ ਸੀ। ਇਸ ਗੱਲ ਤੋਂ ਵੀ ਜਹਾਂਗੀਰ ਤੇ ਉਹਦੇ ਚੇਲੇ ਚਾਪਟੇ ਬੜੇ ਤੱਤੇ ਸਨ ਵੀ ਏਡਾ ਵੱਡਾ ਮਹਾਪੁਰਸ਼ ਜਿਹਦਾ ਸੇਵਕ ਬਣ ਗਿਆ, ਦੂਸਰੇ ਮੁਸਲਮਾਨਾਂ ਦਾ ਕੀ ਬਣੇਗਾ। ਸਮਝ ਆ ਗਈ ਸੀ ਉਸ ਸਾਈਂ ਮੀਆਂ ਮੀਰ ਨੂੰ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ। ਰੋਗਾਂ ਸੋਗਾਂ ਤੋਂ 84 ਦੇ ਗੇੜ ਤੋਂ ਨਜ਼ਾਤ ਦਿਵਾਉਣ ਵਾਲੇ ਨੇ। ਸੋ ਉਹ ਵੀ ਮਹਾਰਾਜ ਦਾ ਸੇਵਕ ਬਣ ਗਿਆ। ਖੈਰ ਜਿਹੜੀ ਬਾਗੀ ਖੁਸਰੋ ਦੀ ਮਦਦ ਦੀ ਗੱਲ ਹੈ, ਪਹਿਲੀ ਗੱਲ ਤੇ ਬਹੁਤੇ ਜਿਹੜੇ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਖੁਸਰੋ ਗੁਰੂ ਅਰਜਨ ਸਾਹਿਬ ਨੂੰ ਮਿਲਿਆ ਹੀ ਨਹੀਂ ਹੈ, ਤੇ ਜੇ ਉਹ ਮਿਲਿਆ ਵੀ ਹੈ, ਗੁਰੂ ਦੀ ਸ਼ਰਨ ਵਿੱਚ ਆਇਆ ਵੀ ਹੈ, ਤੇ ਸਿੱਖ ਜਗਤ ਦਾ ਸਿਧਾਂਤ ਹੈ ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਭੰਨੈ ਕਾਲਿਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਹੈ, ਜੋ ਸਰਣੇ ਆਵੈ ਤਿਸ ਕੰਠ ਲਾਵੈ, ਸਿੱਖੀ ਦਾ ਸਿਧਾਂਤ ਹੈ। ਜੇ ਖੁਸਰੋ ਲੋੜਵੰਦ ਹੈ, ਕੋਈ ਦੁਖੀਆ ਹੈ, ਆ ਕੇ ਲੰਗਰ ਛਕ ਲੈਂਦਾ ਹੈ, ਤੇ ਇਹ 'ਚ ਗੁਨਾਹ ਕੋਈ ਨਹੀਂ ਹੈ। ਗੁਰੂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ ਹੈ। ਪਰ ਜਿਹੜੀ ਤਿਲਕ ਲਾਉਣ ਵਾਲੀ ਬਾਤ ਹੈ ਨਾ, ਇਹ ਝੂਠੀ ਘੜੀ ਗਈ ਹੈ। ਗੁਰੂ ਸਾਹਿਬ ਨੇ ਇਸ ਨੂੰ ਕੋਈ ਤਿਲਕ ਨਹੀਂ ਲਾਇਆ। ਹੋਇਆ ਇਸ ਤਰ੍ਹਾਂ ਸੀ ਵੀ ਇਹ ਜਹਾਂਗੀਰ ਬੜਾ ਅਯਾਸ਼ ਰਾਜਾ ਸੀ, ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ। ਖੁਸਰੋ ਨੇ ਕਿਹਾ, ਪਿਤਾ ਜੀ ਰਾਜ ਭਾਗ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿਓ, ਰਾਜ ਭਾਗ ਠੀਕ ਨਹੀਂ ਚੱਲ ਰਿਹਾ। ਇਹ ਬੋਲ ਉਹਨੂੰ ਨਾ ਭਾਏ, ਉਹਨੂੰ ਪਕੜਨਾ ਚਾਹਿਆ। ਖੁਸਰੋ ਬਾਗੀ ਹੋ ਗਿਆ ਤੇ ਅਖੀਰ ਸਮਾਂ ਆਇਆ ਖੁਸਰੋ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਬਹੁਤਾ ਸਮਾਂ ਇਹ ਦੌੜ ਨਾ ਸਕਿਆ। ਜਦੋਂ ਬਹੁਤਾ ਸਮਾਂ ਇਹ ਦੌੜ ਨਾ ਸਕਿਆ, ਉੱਥੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਇਹਨੂੰ ਪਕੜਨ ਵਿੱਚ ਸਹਾਇਤਾ ਕੀਤੀ ਸੀ, ਉਹਨਾਂ ਨੂੰ ਜਹਾਂਗੀਰ ਵੱਲੋਂ ਬੜੇ ਬੜੇ ਖਿਤਾਬ ਬਖਸ਼ੇ ਗਏ, ਇਨਾਮ ਦਿੱਤੇ ਗਏ। ਜਿਨ੍ਹਾਂ ਨੇ ਇਹਦਾ ਪੱਖ ਲਿਆ ਸੀ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸੋ ਪਹਿਲਾ ਪੱਖ ਇਹ ਸਮਝਿਓ, ਸਿੱਖ ਧਰਮ ਦਾ ਬੂਟਾ ਵੱਧ ਫੁੱਲ ਰਿਹਾ ਸੀ, ਨਾ ਭਾਇਆ ਜਹਾਂਗੀਰ ਨੂੰ, ਉਸਨੇ ਇਸ ਨੂੰ ਕੱਟਣਾ ਚਾਹਿਆ, ਬਹਾਨਾ ਬਣਾ ਲਿਆ। ਖੁਸਰੋ ਬਾਗੀ ਹੈ, ਉਹਦੀ ਮਦਦ ਕੀਤੀ ਹੈ ਗੁਰੂ ਘਰ ਨੇ। ਦੂਸਰਾ ਪੱਖ ਇਹ ਹੈ ਵੀ ਇਸਲਾਮ ਜਗਤ ਦੀ ਬੀ ਟੀਮ ਸਮਝ ਲਓ। ਇਸਲਾਮ ਦਾ ਪ੍ਰਚਾਰ ਵੱਡੇ ਪੱਧਰ ਤੇ ਕਰਨ ਵਾਲਾ ਇੱਕ ਮਤ ਸੀ, ਨਕਸ਼ਬੰਦੀ ਮਤ ਉਹਨੂੰ ਕਹਿੰਦੇ ਨੇ। ਜੇ ਉਹਦੇ ਇਤਿਹਾਸ ਵਿੱਚ ਡੂੰਘਾਈ ਵਿੱਚ ਜਾਈਏ, ਬਹਾਉਦੀਨ ਨਕਸ਼ਬੰਦ ਇੱਕ ਪੁਰਸ਼ ਹੋਇਆ ਹੈ, ਬੁਖਾਰੀ ਵੀ ਕਹਿ ਦਿੰਦੇ ਨੇ ਉਸਨੂੰ, ਹੀ ਵਾਜ਼ ਦਾ ਫਾਊਂਡਰ ਆਫ ਨਕਸ਼ਬੰਦ ਮਤ। ਉਹਨੇ ਸ਼ੁਰੂ ਕੀਤਾ ਸੀ ਇਸ ਮਤ ਨੂੰ। ਵੇਖੋ ਗੁਰੂ ਦਾ ਸੁਭਾਅ ਤੇ ਹੈ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਪਰ ਨਕਸ਼ਬੰਦ ਮਤ ਵਾਲਿਆਂ ਨੇ ਸੋਚਿਆ ਵੀ ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ, ਸਾਡੇ ਮਤ ਨੂੰ ਲੋਕ ਮੰਨ ਨਹੀਂ ਰਹੇ, ਜੇ ਗੁਰੂ ਅਰਜਨ ਸਾਹਿਬ ਜ਼ਿੰਦਾ ਰਹਿ ਗਏ ਤੇ ਸਾਡੀਆਂ ਜਮਾਤਾਂ ਖਤਮ ਹੋ ਜਾਣਗੀਆਂ, ਇਹਨੂੰ ਖਤਮ ਕਰਨਾ ਚਾਹੀਦਾ ਹੈ। ਸੋ ਇਹਨਾਂ ਲੋਕਾਂ ਨੇ ਵੀ ਜਹਾਂਗੀਰ ਦੇ ਬੜੇ ਕੰਨ ਭਰੇ ਸਨ, ਬੜਾ ਚੁੱਕਿਆ ਸੀ ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ। ਸ਼ੇਖ ਅਹਿਮਦ ਸਰਹੰਦੀ ਹੋਇਆ ਹੈ ਇੱਕ, ਇਹ ਜਹਾਂਗੀਰ ਦੇ ਬੜਾ ਨੇੜੇ ਸੀ। ਇਹਨੇ ਵੀ ਜਹਾਂਗੀਰ ਦੇ ਬੜੇ ਕੰਨ ਭਰੇ ਸਨ। ਇਹ ਨਕਸ਼ਬੰਦ ਮਤ ਦਾ ਦੂਸਰਾ ਮੁਖੀ ਸੀ। ਇਹਦਾ ਇੱਕ ਚੇਲਾ ਸੀ ਸ਼ੇਖ ਫਰੀਦ ਬੁਖਾਰੀ।
ਉਹਦੇ ਰਾਹੀਂ ਵੀ ਇਹ ਕੰਨ ਭਰਦਾ ਰਹਿੰਦਾ ਸੀ ਜਹਾਂਗੀਰ ਦੇ ਉਹਦੇ ਦਰਬਾਰੀਆਂ ਦੇ। ਕਹਿੰਦਾ ਜੇ ਗੁਰੂ ਅਰਜਨ ਸਾਹਿਬ ਰਹਿ ਗਏ ਤੇ ਇਸਲਾਮ ਨੂੰ ਬੜਾ ਖਤਰਾ ਹੈ। ਇਹਦੇ ਬਾਅਦ ਇੱਕ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸਖੀ ਸਰਵਰ ਮੱਤ। ਤੀਸਰਾ ਪੱਖ ਮੈਂ ਇਹ ਸਮਝਦਾ ਹਾਂ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਜਿਨ੍ਹਾਂ ਦਾ ਰੋਲ ਹੈ, ਇਹ ਵੀ ਅਹਿਮ ਕਾਰਨ ਸੀ। ਇਹ ਵੀ ਇਸਲਾਮ ਦੀ ਬੀ ਕਲਾਸ ਸੀ। ਇਹ ਵੀ ਇਸਲਾਮ ਨੂੰ ਬੜਾ ਪ੍ਰਗਟ ਕਰ ਰਹੇ ਸਨ। ਜਿਨ੍ਹਾਂ ਦੀਆਂ ਕਬਰਾਂ ਤੇ ਵੀਰਵਾਰ ਨੂੰ ਸਾਡੇ ਲੋਕ ਦੀਵੇ ਜਗਾਉਂਦੇ ਨੇ ਨਾ, ਮੈਂ ਉਹਨਾਂ ਦੀ ਗੱਲ ਕਰਨ ਲੱਗਾ। ਇੱਕ ਜੈਨੁਲ ਅਬਦੀਨ ਹੋਇਆ ਹੈ, ਉਹਦੀ ਘਰ ਵਾਲੀ ਸੀ ਮਾਈ ਆਇਸ਼ਾ। ਇਹਨਾਂ ਦੇ ਘਰ ਵਿੱਚ ਇੱਕ ਪੁਰਸ਼ ਦਾ ਜਨਮ ਹੁੰਦਾ ਹੈ। ਇਹ ਜਿਹੜੇ ਲੋਕ ਸਨ ਇਹ ਬਗਦਾਦ ਤੋਂ ਸ਼ਾਹਕੋਟ ਜੋ ਮੁਲਤਾਨ ਦੇ ਨੇੜੇ ਆ ਇੱਥੇ ਆ ਕੇ ਵਸ ਗਏ ਸਨ। ਇਹਨਾਂ ਦੇ ਘਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ, ਸੈਯਦ ਅਹਿਮਦ ਸੁਲਤਾਨ ਉਹਦਾ ਨਾਮ ਹੈ, ਉਹਨੂੰ ਸਖੀ ਸਰਵਰ ਕਹਿੰਦੇ ਸੀ। ਇਹ ਬੜੀ ਪੁਰਾਣੀ ਗੱਲ ਹੈ, ਇਹ 11ਵੀਂ 12ਵੀਂ ਸਦੀ ਦੀ ਗੱਲ ਹੈ। ਸੋ ਇਹ ਜਨਮ ਲੈਂਦਾ ਹੈ। ਇਹਨੇ ਰਹਾਇਸ਼ ਪਾਕਿਸਤਾਨ ਦੇ ਵਿੱਚ ਡੇਰਾ ਗਾਜ਼ੀ ਖਾਂ ਜਿਹੜਾ ਹੈ ਨਾ, ਉੱਥੋਂ ਦੇ ਇੱਕ ਪਿੰਡ ਨਗਾਹਾ ਵਿਖੇ ਰੱਖੀ ਸੀ। ਤਾਂ ਹੀ ਇਹਨੂੰ ਨਗਾਹੇ ਵਾਲਾ ਪੀਰ ਵੀ ਕਹਿੰਦੇ ਨੇ। ਆ ਜਿਹੜੇ ਪੰਜਾਬ ਵਿੱਚ ਆਪਾਂ ਹੈ ਨਾ, ਜਿੱਥੇ ਇਹਨਾਂ ਦੀਆਂ ਕਬਰਾਂ ਬਣੀਆਂ, ਇੱਥੇ ਤੇ ਆਇਆ ਵੀ ਨਹੀਂ ਉਹ ਪੁਰਸ਼। ਖੈਰ ਉਹ ਲੋਕ ਕਹਿੰਦੇ ਨੇ ਬੰਦਗੀ ਵਾਲਾ ਸੀ। ਇਹਨੂੰ ਲਾਲਾਂ ਵਾਲਾ ਪੀਰ ਵੀ ਕਹਿ ਦਿੰਦੇ ਨੇ, ਇਹਨੂੰ ਲੱਖ ਦਾਤਾ ਵੀ ਕਹਿ ਦਿੰਦੇ ਨੇ, ਸਾਰੇ ਨਾਮ ਹੀ ਉਸੇ ਦੇ ਨੇ। ਔਰ ਇਹ ਜਿਹੜਾ ਪੁਰਸ਼ ਸੀ ਇਹ ਉਸੇ ਸਮੇਂ ਦਰਮਿਆਨ ਹੀ ਥੋੜੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਜਾਂਦਾ ਹੈ। ਇਹਨਾਂ ਦਾ ਬੜਾ ਜ਼ੋਰ ਸੀ ਗੁਰੂ ਅਰਜਨ ਸਾਹਿਬ ਦੇ ਸਮੇਂ 1663 ਬਿਕਰਮੀ ਸੰਮਤ ਦੇ ਸਮੇਂ। ਪਰ ਗੁਰੂ ਅਰਜਨ ਸਾਹਿਬ ਨੇ ਐਸਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਪੰਜਾਬ ਦੇ ਵਿੱਚ ਇੱਕ ਵੱਡਾ ਕੇਂਦਰ ਸੀ ਸਖੀ ਸਰਵਰਾਂ ਦਾ। ਹੁਸ਼ਿਆਰਪੁਰ ਦਾ ਇਲਾਕਾ ਹੈ, ਪਿੰਡ ਕੰਗਮਾਹੀ ਉਹ ਨਾਂ ਹੈ ਨਗਰ ਦਾ। ਇੱਥੋਂ ਦਾ ਜਿਹੜਾ ਭਾਈ ਮੰਝ ਹੈ, ਜੋ ਸਖੀ ਸਰਵਰਾਂ ਦੀ ਸੰਗਤ ਇਕੱਠੀ ਕਰਕੇ ਨਿਗਾਹੇ ਲਿਜਾਇਆ ਕਰਦਾ ਸੀ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਸਾਹਿਬ ਦਾ ਸਿੱਖ ਬਣ ਗਿਆ। ਇਹਨੇ ਆਪਣੇ ਪਿੰਡ ਇਹ ਜਿਹੜਾ ਕਬਰਾਂ ਵਾਲਾ ਸਾਰਾ ਸਿਸਟਮ ਸੀ ਨਾ, ਉਹਨੂੰ ਢਾ ਦਿੱਤਾ। ਇਹ ਰਾਜਪੂਤ ਸੀ, ਨਾਮ ਇਹਦਾ ਅਸਲ ਚੌਧਰੀ ਤੀਰਥਾ ਹੈ, ਗੋਤ ਇਹਦੀ ਮੰਝ ਸੀ। ਔਰ ਇਹ ਆਗੂ ਸੀ ਮੰਝ ਗੋਤ ਦੇ ਵਿੱਚ, ਚੰਦਰਵੰਸ਼ੀ ਰਾਜਪੂਤਾਂ ਚੋਂ ਇਹ ਗਿਣੇ ਜਾਂਦੇ ਨੇ। ਮੰਝ ਕਲੈਨ ਦਾ ਇਹ ਆਗੂ ਸੀ। ਸੋ ਇਹ ਮਹਾਰਾਜ ਦਾ ਸਿੱਖ ਬਣਦਾ ਹੈ। ਬਣੇਗਾ ਵੀ ਕਿਉਂ ਨਹੀਂ। ਕਹਿੰਦੇ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ, ਦਿਦਾਰੇ ਕਰ ਲੈਂਦਾ ਹੈ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਐਸੀ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਮੰਝ ਤੂੰ ਆਪ ਤੇ ਮੁਕਤ ਹੈ, ਤੂੰ ਐਸਾ ਗੁਰੂ ਦਾ ਜਹਾਜ਼ ਹੈ ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਪਾਰ ਹੋ ਜਾਵੇਗਾ। ਖੈਰ ਸਖੀ ਸਰਵਰਾਂ ਨੇ ਵੱਡੀ ਚੋਟ ਸਮਝੀ ਆਪਣੇ ਮੱਤ ਤੇ। ਇਹਨਾਂ ਲੋਕਾਂ ਵੀ ਬੜੇ ਕੰਨ ਭਰੇ ਜਹਾਂਗੀਰ ਦੇ, ਉਹਦੇ ਦਰਬਾਰੀਆਂ ਦੇ, ਗੁਰੂ ਨੂੰ ਖਤਮ ਕਰੋ। ਚੌਥਾ ਕਾਰਨ ਮੈਂ ਗਿਣਦਾ ਹੈ ਚੰਦੂ ਦੀ ਕੁੜੀ ਦਾ ਰਿਸ਼ਤਾ। ਗੁਰੂ ਹਰਗੋਬਿੰਦ ਸਾਹਿਬ ਜਵਾਨੀ ਵਿੱਚ ਕਦਮ ਰੱਖਣ ਵਾਲੇ ਨੇ, ਰਿਸ਼ਤਾ ਲੱਭਿਆ ਜਾ ਰਿਹਾ ਹੈ। ਉਧਰ ਚੰਦੂ ਰਿਸ਼ਤਾ ਲੱਭ ਰਿਹਾ ਲੜਕੀ ਦੇ ਲਈ। ਉਹਨੂੰ ਦੱਸ ਪਾਈ ਗਈ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਗਾਂਡੀਵ ਸੂਰਮੇ ਨੇ, ਗੁਰੂ ਅਰਜਨ ਸਾਹਿਬ ਦੇ ਲਖਤੇ ਜਿਗਰ ਨੇ, ਉਹਨਾਂ ਨਾਲ ਤੇਰੀ ਲੜਕੀ ਦਾ ਰਿਸ਼ਤਾ ਕਰ ਆਇਆ ਮੈਂ। ਹੰਕਾਰ ਵਿੱਚ ਚੰਦੂ ਕਹਿੰਦਾ, ਓਏ ਕਿੱਥੇ ਅਸੀਂ ਚੁਬਾਰੇ ਵਾਲੇ, ਕਿੱਥੇ ਉਹ ਕੱਚੀਆਂ ਕੰਧਾਂ ਵਾਲੇ, ਕਿੱਥੇ ਇੱਕ ਕੰਧ ਦੀ ਮੋਰੀ ਤੇ ਕਿੱਥੇ ਚੁਬਾਰਾ, ਇਹ ਕਿੱਥੇ ਰਿਸ਼ਤਾ ਜੋੜ ਆਇਆ। ਚੱਲ ਖੈਰ ਜੋ ਹੋਇਆ ਸੋ ਹੋਇਆ। ਹੰਕਾਰ ਵਿੱਚ ਆ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੰਕਾਰ ਰੱਬ ਨੂੰ ਨਹੀਂ ਪਾਉਂਦਾ, ਹੰਕਾਰ ਹੀ ਜੂਨਾ ਦਾ ਕਾਰਨ ਹੈ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹੰਕਾਰ ਹੀ ਪਾਪੀ ਬਣਾਉਂਦਾ ਹੈ, ਹੰਕਾਰ ਹੀ ਜੂਨਾ ਵਿੱਚ ਲੈ ਕੇ ਆਉਂਦਾ ਹੈ। ਹਰ ਜੀਓ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਮਹਾਰਾਜ ਨੂੰ ਲਾਹੌਰ ਦੀਆਂ ਸੰਗਤਾਂ ਨੇ ਕਹਿ ਦਿੱਤਾ, ਮਹਾਰਾਜੇ ਨੇ ਗੁਰੂ ਘਰ ਨੂੰ ਮੋਰੀ ਆਖਿਆ, ਆਪਣੇ ਆਪ ਨੂੰ ਚੁਬਾਰਾ, ਇਹ ਰਿਸ਼ਤਾ ਨਹੀਂ ਲੈਣਾ। ਗੁਰੂ ਅਰਜਨ ਸਾਹਿਬ ਨੇ ਮਨਾ ਕਰ ਦਿੱਤਾ। ਇਹ ਚਾਹੇ ਸੁਲਹੀ ਖਾਨ ਹੈ, ਚਾਹੇ ਸੁਲਭੀ ਖਾਨ ਹੈ, ਚਾਹੇ ਚੰਦੂ ਹੈ, ਇਹ ਸਾਰੇ ਹੀ ਪ੍ਰਿਥਵੀ ਚੰਦ ਦੇ ਯਾਰ ਸਨ।
ਜੋ ਗੁਰੂ ਅਰਜਨ ਸਾਹਿਬ ਦਾ ਸ਼ਰੀਕ ਸੀ, ਇਹਨਾਂ ਸਾਰਿਆਂ ਹੀ ਵੈਰ ਕਮਾਇਆ ਸੀ। ਇਹਦੇ ਬਾਅਦ ਪੰਜਵਾਂ ਕਾਰਨ ਹੈ, ਕੁਝ ਕਵੀ ਜਨ ਜਦੋਂ ਗੁਰੂ ਅਰਜਨ ਸਾਹਿਬ ਰਾਮਸਰ ਬੈਠੇ ਭਾਈ ਗੁਰਦਾਸ ਤੋਂ ਆਦਿ ਗ੍ਰੰਥ ਸਾਹਿਬ ਦੀ ਬਾਣੀ ਲਿਖਵਾ ਰਹੇ ਨੇ ਤੇ ਆਪਣੀਆਂ ਪਾਕ ਰਚਨਾਵਾਂ ਲੈ ਕੇ ਆਏ। ਜਿਨ੍ਹਾਂ ਰਚਨਾਵਾਂ ਵਿੱਚ ਅਕਾਲ ਪੁਰਖ ਦੀ ਉਸਤਤ ਸੀ ਉਹ ਗੁਰੂ ਅਰਜਨ ਸਾਹਿਬ ਨੇ ਪ੍ਰਵਾਨ ਕਰ ਲਈਆਂ। ਜਿਨ੍ਹਾਂ ਰਚਨਾਵਾਂ ਵਿੱਚ ਕਵੀਆਂ ਨੇ ਆਪਣੀ ਵਡਿਆਈ ਲਿਖੀ ਸੀ ਉਹ ਮਹਾਰਾਜ ਨੇ ਪ੍ਰਵਾਨ ਨਾ ਕੀਤੀਆਂ। ਉਹ ਕੁਝ ਕਵੀ ਗੁੱਸੇ ਹੋ ਕੇ ਮੁੜ ਗਏ ਵੀ ਸਾਡੀਆਂ ਰਚਨਾਵਾਂ ਪ੍ਰਵਾਨ ਨਹੀਂ ਕੀਤੀਆਂ ਤੁਸੀਂ। ਵੇਖੋ ਮਹਾਰਾਜ ਨੇ ਇੱਕ ਕਸਵੱਟ ਹੀ ਰੱਖੀ ਸੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਸਤਿਗੁਰੂ ਅਕਾਲ ਪੁਰਖ ਦਾ ਸਰੂਪ ਨੇ, ਜੋ ਗੁਰੂ ਗਲੂਏ ਚੋਂ ਕੱਢਦੇ ਨੇ ਉਹ ਅਕਾਲ ਪੁਰਖ ਦੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੇ ਹੋ ਜਗ ਮਾਹੇ। ਅਕਾਲ ਪੁਰਖ ਦੀ ਵਡਿਆਈ ਦੇ ਬੋਲ ਹੀ ਬਾਣੀ ਵਿੱਚ ਦਰਜ ਹੋਣੇ ਸਨ। ਮਹਾਰਾਜ ਨੇ ਕੁਝ ਭਗਤਾਂ ਦੀ ਬਾਣੀ ਦਰਜ ਨਾ ਕੀਤੀ। ਭਾਈ ਨੰਦ ਲਾਲ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਗੁਰੂ ਅਰਜਨ ਨੂੰ ਅਕਾਲ ਪੁਰਖ ਵੱਲੋਂ ਬਾਣੀ ਪ੍ਰਗਟ ਹੈ, ਅਜ਼ੋ ਨਜ਼ਮ ਕਾਲੇ ਹੱਕ ਅੰਦੇਸੇਰਾ ਬਦੋ ਨਸਕ ਇਲਮੇ ਯਕੀਨ ਪੇਸ਼ੇਰਾ। ਫਾਰਸੀ ਦੇ ਬੋਲ ਨੇ ਭਾਈ ਨੰਦ ਲਾਲ ਦੇ, ਕਹਿੰਦੇ ਅਕਾਲ ਪੁਰਖ ਵੱਲੋਂ ਬਾਣੀ ਆਈ ਹੈ ਜਿਹਦਾ ਪ੍ਰਬੰਧ ਗੁਰੂ ਅਰਜਨ ਸਾਹਿਬ ਨੇ ਕੀਤਾ ਹੈ। ਰੱਬੀ ਗਿਆਨ ਸਿਦਕ ਇਹ ਸਾਰਾ ਕੰਮਕਾਜ ਇਹ ਸਾਂਭਣ ਵਾਲਾ ਗੁਰੂ ਅਰਜਨ ਹੈ, ਉਹ ਖਜ਼ਾਨਾ ਹੈ ਬਾਣੀ ਦਾ। ਖੈਰ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ। ਇੱਕ ਭਗਤ ਸੀ ਕਾਨਾ, ਇੱਕ ਪੀਲੂ, ਇੱਕ ਛੱਜੂ ਤੇ ਹਸਨ, ਇਹ ਜਿਹੜੇ ਸੀ ਨਾ ਇਹ ਰੁੱਸ ਕੇ ਚਲੇ ਗਏ। ਇਹਨਾਂ ਜਹਾਂਗੀਰ ਦੇ ਦਰਬਾਰੀਆਂ ਦੇ ਕੰਨ ਭਰੇ, ਜਹਾਂਗੀਰ ਤੱਕ ਪਹੁੰਚ ਬਣਾਈ, ਉਹਦੇ ਕੰਨ ਭਰੇ ਦੀ। ਵੇਖੋ ਮੁਹੰਮਦ ਸਾਹਿਬ ਦੀ ਵਡਿਆਈ ਨਹੀਂ ਲਿਖੀ ਗ੍ਰੰਥ ਵਿੱਚ, ਇਸਲਾਮ ਦੀ ਤੋਹੀਨ ਕੀਤੀ ਹੈ, ਸਿਫਤੋ ਸਲਾਹ ਨਹੀਂ ਕੀਤੀ। ਐਸੇ ਭੱਦੇ ਬੋਲ ਕੇ ਰਾਜੇ ਵੀ ਕੰਨਾਂ ਦੇ ਕੱਚੇ ਹੁੰਦੇ ਨੇ। ਇਹ ਸਾਰੇ ਕਾਰਨ ਬਣੇ। ਮੁੱਖ ਕਾਰਨ ਈਰਖਾ ਜੋ ਜਹਾਂਗੀਰ ਕਰਦਾ ਹੈ ਸਿੱਖ ਜਗਤ ਨਾਲ। ਅੱਜ ਕਤਲ ਦਾ ਹੁਕਮ ਕੀਤਾ ਜਾਂਦਾ ਹੈ। ਜਦੋਂ ਇਸ ਨੇ ਕਤਲ ਦਾ ਹੁਕਮ ਕੀਤਾ ਨਾ, ਫਤਵਾ ਲਾਇਆ ਗਿਆ, ਦੇਸ਼ ਦੇ ਬਾਗੀ ਖੁਸਰੋ ਦੀ ਮਦਦ ਕੀਤੀ ਹੈ, ਸੋ ਇਸ ਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ। ਫਤਵਾ ਲਾਇਆ ਗਿਆ। ਫਾਰਸੀ ਦੇ ਬੋਲ ਨੇ, ਇਉਂ ਫਤਵਾ ਜਾਰੀ ਹੁੰਦਾ ਹੈ, ਫਰਮੂਦਮ ਕਿ ਊਰਾ ਬਾਸਿਆਸਤੋ ਯਸਾ ਰਸਾਨੰਦ। ਫਰਮਾਇਆ ਗਿਆ, ਕਹਿੰਦੇ ਇਸ ਗੁਰੂ ਅਰਜਨ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਤਹਿਤ ਕਤਲ ਕੀਤਾ ਜਾਵੇਗਾ। ਅਮਰ ਕਰਦਮ ਹੁਕਮ ਕਰ ਦਿੱਤਾ, ਇਹਨੂੰ ਕਤਲ ਕੀਤਾ ਜਾਵੇਗਾ। ਸਿਆਸਤ ਬਾ ਯਾਸਾ ਦੀ ਧਾਰਾ ਲਾਈ ਜਾਵੇਗੀ। ਇਹ ਧਾਰਾ ਕੀ ਹੈ, ਮਾੜਾ ਜਿਹਾ ਧਿਆਨ ਦਿਓ, ਤੁਹਾਨੂੰ ਫਿਰ ਸਮਝ ਲੱਗੇਗੀ ਕਿਉਂ ਮਹਾਰਾਜ ਨੂੰ ਤਵੀ ਤੇ ਬਾਇਆ ਗਿਆ, ਕਿਉਂ ਸਾੜਿਆ ਗਿਆ, ਕਿਉਂ ਦੇਗ ਵਿੱਚ ਉਬਾਲਿਆ ਗਿਆ। ਇੱਕ ਚੰਗੇਜ਼ ਖਾਨ ਹੋਇਆ ਹੈ, ਹੀ ਵਾਜ਼ ਫਰੋਮ ਸ਼ੈਮਨਿਜ਼ਮ। ਸ਼ੈਮਨਿਜ਼ਮ ਧਰਮ ਸੀ ਉਹਦਾ, ਮੰਗੋਲੀਅਨ ਸੀ ਉਹ। ਹੁਣ ਜਿਹੜੇ ਸ਼ੈਮੀਅਨ ਲੋਕ ਨੇ ਨਾ, ਉਹ ਭੂਤਾਂ ਪ੍ਰੇਤਾਂ 'ਚ ਬੜਾ ਧਿਆਨ ਲਾਉਂਦੇ ਨੇ, ਭੂਤਾਂ ਪ੍ਰੇਤਾਂ ਨੂੰ ਉਹ ਮੰਨਦੇ ਨੇ। ਇਟਸ ਅ ਰਿਲੀਜੀਅਸ ਪ੍ਰੈਕਟਿਸ ਦੈਟ ਇਨਵੋਲਵਸ ਅ ਪ੍ਰੈਕਟੀਸ਼ਨਰ ਹੂ ਇਜ਼ ਬਲੀਵਡ ਟੂ ਇੰਟਰੈਕਟ ਵਿਦ ਦਾ ਸਪਿਰਿਟ। ਭੂਤਾਂ ਪ੍ਰੇਤਾਂ ਨਾਲ ਬੜੀ ਸਾਂਝ ਪਾਉਂਦੇ ਨੇ ਉਹ ਲੋਕ। ਕਹਿੰਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਵੀ ਜੇ ਧਰਮੀ ਪੁਰਸ਼ ਦਾ ਕਤਲ ਕਰਨਾ, ਉਹਦੇ ਲਹੂ ਦਾ ਕਤਰਾ ਜ਼ਮੀਨ ਤੇ ਨਾ ਡੁੱਲੇ। ਅਗਰ ਉਹਦੇ ਲਹੂ ਦਾ ਕਤਰਾ ਜ਼ਮੀਨ ਤੇ ਡੁੱਲਿਆ ਨਾ, ਉਹਦੇ ਵਿੱਚੋਂ ਐਸੀਆਂ ਰੂਹਾਂ ਪੈਦਾ ਹੋਣਗੀਆਂ ਜੋ ਜ਼ੁਲਮ ਕਰਨ ਵਾਲੇ ਨੂੰ ਸਤਾਉਣਗੀਆਂ, ਉਹਦਾ ਖੁਰਾ ਖੋਜ ਮਿਟਾਉਣਗੀਆਂ। ਜੇ ਧਰਮੀ ਬੰਦੇ ਦਾ ਕਤਲ ਕਰਨਾ, ਉਹਦਾ ਲਹੂ ਸਾੜ ਦਿਓ, ਉਹਦਾ ਖਾਤਮਾ ਇਸ ਤਰ੍ਹਾਂ ਕਰੋ। ਸੋ ਇਹ ਤੈਅ ਹੋਇਆ ਵੀ ਸਿਆਸਤ ਅਤੇ ਯਾਸਾ ਦੇ ਤਹਿਤ ਇਸ ਨੂੰ ਕਤਲ ਕੀਤਾ ਜਾਵੇ। ਇਸੇ ਕਾਰਨ ਹੀ ਜਦੋਂ ਮੁਰਤਜ਼ਾ ਖਾਨ ਦੇ ਕੋਲ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਛੱਡ ਦਿੱਤਾ, ਇਹਨੂੰ ਸਜ਼ਾਏ ਮੌਤ ਦਿੱਤੀ ਹੈ, ਉਥੋਂ ਚੰਦੂ ਦੇ ਨਾਲ ਰਲ ਕੇ ਮੁਰਤਜ਼ਾ ਖਾਨ ਨੇ ਪਾਪ ਕਮਾਇਆ ਹੈ। ਚੰਦੂ ਦੀ ਹਵੇਲੀ ਵਿੱਚ ਪਾਤਸ਼ਾਹ ਕੈਦ ਨੇ, ਉਬਲਦੀ ਦੇਗ ਵਿੱਚ ਬਿਠਾਇਆ ਗਿਆ। ਸ਼ਰਤ ਰੱਖੀ ਸੀ ਕਲਮਾ ਪੜ੍ਹ ਲਵੋ, ਨਹੀਂ ਤੇ ਸੜਨ ਲਈ ਤਿਆਰ ਹੋ ਜਾਵੋ। ਮਹਾਰਾਜ ਕਹਿੰਦੇ ਝੁਕਣਾ ਨਹੀਂ ਹੈ। ਖੁਦਾਇਆ ਨੇ ਜਿਸ ਧਰਮ ਵਿੱਚ ਪ੍ਰਗਟ ਕੀਤਾ ਹੈ, ਮੋਤੀ
ਉਥੇ ਹੀ ਪਰੋਇਆ ਸ਼ੋਭਦਾ ਹੈ, ਜਿੱਥੇ ਘੜਨ ਵਾਲਾ ਪਰੋ ਦਿੰਦਾ ਹੈ। ਜਿਸ ਧਰਮ ਵਿੱਚ ਪ੍ਰਗਟ ਹਾਂ ਉਸੇ ਨਾਲ ਹੀ ਨਿਭਾਉਣੀ ਹੈ। ਦੀਨ ਦੀ ਖਾਤਰ ਸਿਰ ਦੇਣਾ ਕਬੂਲ ਹੈ, ਪਰ ਝੁਕਾਂਗਾ ਨਹੀਂ, ਕਲਮਾ ਨਹੀਂ ਪੜਾਂਗਾ। ਮੈਂ ਖੁਦਾ ਦੇ ਗੀਤ ਗਾਉਣ ਵਾਲਾ ਹਾਂ। ਫਿਰ ਕਹਿ ਦਵਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਹਰਾਮ ਕੇ ਪਿੰਡ ਪੁਰਾਣ। ਇੱਕ ਅੱਲਾ ਦੇ ਪੁਜਾਰੀ ਹਾਂ, ਖੁਦਾ ਦੇ ਪੁਜਾਰੀ ਹਾਂ, ਹੋਰ ਕਿਧਰੇ ਵੀ ਸਿਰ ਨਹੀਂ ਝੁਕਦਾ ਸਾਡਾ। ਸਜ਼ਾ ਕਬੂਲ ਹੈ। ਉਬਲਦੀ ਦੇਗ ਵਿੱਚ ਉਬਾਲਿਆ ਗਿਆ ਪਾਤਸ਼ਾਹ ਸੀ ਨਹੀਂ ਕਰਦੇ। ਉਹਦੇ ਬਾਅਦ ਮਹਾਰਾਜ ਨੂੰ ਆਹ ਦਿਨ ਨੇ, ਅੱਜ ਦਾ ਦਿਹਾੜਾ ਹੈ, ਤਤੀ ਤਵੀ ਬਿਠਾਉਂਦੇ ਨੇ। ਤਵੀ ਵੀ ਤਤੀ ਹੈ, ਤਤੀ ਲੂ ਵਗਦੀ ਹੈ। ਸਿਰ ਵਿੱਚ ਪਾਕ ਸੀਸ ਵਿੱਚ ਤੱਤਾ ਰੇਤਾ ਪਾਇਆ ਬਾਪੂ ਦੇ। ਤੇੜ ਕੇਵਲ ਕਸ਼ਹਿਰਾ ਹੀ ਹੈ। ਬਸਤਰ ਲਵਾਏ ਹੋਏ ਨੇ, ਦਸਤਾਰ ਲਵਾਈ ਹੋਈ ਹੈ। ਤਪਦੀ ਹੋਈ ਤਵੀ ਤੇ ਬੈਠੇ ਨੇ। ਤਤੀ ਤਵੀ ਹੈ, ਤੱਤਾ ਚੰਦੂ ਹੈ। ਜਹਾਂਗੀਰ ਮੁਰਤਜ਼ਾ ਖਾਨ ਵੀ ਤੱਤਾ ਹੈ। ਲੱਕੜਾਂ ਤੱਤੀਆਂ ਨੇ। ਇਹ ਜੇਠ ਹਾੜ ਦੀ ਲੋ ਵੀ ਤੱਤੀ ਹੈ। ਜੇ ਕੋਈ ਬਰਫ਼ ਵਾਂਗੂ ਠੰਡਾ ਹੈ ਤੇ ਉਹ ਜੇਰਿਆਂ ਦਾ ਮਾਲਕ ਖੁਦ ਖੁਦਾ ਗੁਰੂ ਅਰਜਨ ਸਾਹਿਬ ਠੰਡਾ ਹੋਇਆ ਬੈਠਾ ਹੈ। ਦੇਗ ਵਿੱਚ ਉਬਾਲ ਕੇ ਤੱਤੀ ਤਵੀ ਤੇ ਬਿਠਾ ਕੇ ਲਹੂ ਸਾੜਿਆ ਗਿਆ, ਲਹੂ ਨੂੰ ਸੁਕਾ ਦਿੱਤਾ ਗਿਆ। ਸਾਈਂ ਮੀਆਂ ਮੀਰ ਵੀ ਹੱਥ ਜੋੜਦਾ ਹੈ। ਦੇਖੋ, ਅਧਿਆਤਮਕ ਪੱਖ ਤੋਂ ਉਹ ਗੁਰੂ ਸੀ ਇਸਲਾਮ ਜਗਤ ਦੇ ਵਿੱਚ। ਵੈਸੇ ਤਾਂ ਕਿਸੇ ਨੂੰ ਮਿਲ ਨਹੀਂ ਸੀ ਦਿੱਤਾ ਜਾਂਦਾ ਹਵੇਲੀ ਅੰਦਰ। ਚੰਦੂ ਦਾ ਜ਼ੋਰ ਸੀ, ਪਰ ਉਹ ਆਪਣੀ ਬਰਕਤ ਨਾਲ, ਤਾਕਤ ਨਾਲ, ਆਪਣੇ ਰੁਤਬੇ ਦੇ ਕਾਰਨ ਗੁਰੂ ਅਰਜਨ ਸਾਹਿਬ ਨੂੰ ਮਿਲਿਆ। ਮੀਆਂ ਮੀਰ ਕਿਰਪਾ ਕਰੋ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਨਿਰਵੈਰ ਗੁਰੂ ਨੂੰ ਸਜ਼ਾ ਦੇ ਰਹੇ ਨੇ। ਬਾਪੂ ਸਾਈਂ ਮੀਆਂ ਮੀਰ ਨੂੰ ਕਹਿੰਦਾ, ਸਾਈਂ ਮੀਆਂ ਮੀਰ ਜੀ, ਇਸ ਗੱਲ ਦਾ ਖਿਆਲ ਰੱਖਿਓ, ਅਜ਼ਮਤਾਂ ਵਿੱਚ ਸ਼ਰਸਾਰ ਹਾਂ ਮੈਂ, ਅਜ਼ਮਤਾਂ ਦਾ ਮਾਲਕ ਹਾਂ ਮੈਂ। ਇਹ ਗੱਲਾਂ ਭਾਈ ਪਿਰਾਣਾ ਵੀ ਕਹਿੰਦਾ ਸੀ। ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਸਾਡਾ ਬਾਪੂ ਗੁਰੂ ਅਰਜਨ ਸਾਹਿਬ ਕਹਿੰਦਾ, ਉਹ ਤਾਕਤ ਲਈ ਕਿੱਥੋਂ ਹੈ? ਕਹਿੰਦਾ ਜੀ ਤੁਹਾਡੇ ਕੋਲੋਂ। ਤੇ ਗੁਰੂ ਸਾਹਿਬ ਕਹਿੰਦੇ, ਗੁਰੂ ਸਮੁੰਦ ਨਦੀ ਸਭ ਸਿੱਖੀ ਉਹ ਸਿਖਾ। ਇੱਕ ਨਦੀ ਹੋ ਕੇ ਉਛਲ ਰਿਹਾ ਹੈ। ਤੇਰੇ ਵਰਗੀਆਂ ਲੱਖਾਂ ਨਦੀਆਂ ਸਮੁੰਦਰ ਗੁਰੂ ਵਿੱਚ ਸਮਾਈਆਂ ਨੇ, ਗੁਰੂ ਤੇ ਉਛਲਦਾ ਨਹੀਂ ਹੈ। ਭਾਣਾ ਮੰਨਣਾ ਹੈ। ਇਹਦੋਂ ਵੱਡੀ ਕਿਹੜੀ ਅਜ਼ਮਤ ਹੈ, ਇਹਦੋਂ ਵੱਡੀ ਕਿਹੜੀ ਤਾਕਤ ਹੈ ਵੀ ਤਤੀ ਤਵੀ ਤੇ ਵੀ ਖਿੜੇ ਮੱਥੇ ਬੈਠੇ ਰਹਿਣਾ, ਅਕਾਲ ਪੁਰਖ ਦੇ ਸਾਹਵੇਂ ਸਿਰ ਝੁਕਾ ਕੇ ਬੈਠੇ ਰਹਿਣਾ, ਉਹਦੇ ਹੁਕਮ ਨੂੰ ਲਾਇਕ ਸੁਪੁੱਤਰ ਦੀ ਤਰ੍ਹਾਂ ਮੰਨ ਕੇ ਦਰਸਾ ਦੇਣਾ। ਪਿਤਾ ਤੇ ਪਿਓ ਦੀ ਅਜ਼ਮਤ ਇੱਕ ਹੈ। ਸਾਈਂ ਮੀਆਂ ਮੀਰ ਜੀ, ਸਾਡਾ ਤੇ ਸੁਭਾਅ ਹੈ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਉਹਦੇ ਭਾਣੇ ਨੂੰ ਮਿੱਠਾ ਕਰਕੇ ਹੀ ਮੰਨਣਾ ਹੈ। ਅਖੀਰ ਬਾਪੂ ਦੀ ਸ਼ਹਾਦਤ ਹੁੰਦੀ ਹੈ। ਉਹਨਾਂ ਦਾ ਪਾਕ ਜਿਹੜਾ ਸਰੀਰ ਹੈ ਉਹ ਦਰਿਆ ਦੇ ਵਿੱਚ ਪੈਂਦਾ ਹੈ। ਮਹਾਰਾਜ ਸ਼ਹਾਦਤ ਦੀ ਅਵਧੀ ਨੂੰ ਮਾਣਦੇ ਨੇ। 1663 ਬਿਕਰਮੀ ਸੰਮਤ ਜੇਠ ਸੁਦੀ ਚੌਥ ਨੂੰ ਬਾਪੂ ਰਾਵੀ ਦੇ ਕੰਢੇ ਲਾਹੌਰ ਸ਼ਹਾਦਤ ਦੀ ਅਵਧੀ ਮਾਣ ਗਏ। ਦੀਨ ਦੀ ਖਾਤਰ ਸਿਰ ਵਾਰਿਆ। ਮੈਂ ਬਚਨ ਕਹਿ ਕੇ ਫਤਿਹ ਬੁਲਾਵਾਂ, ਸਿਖਾ ਧਰਮ ਲਈ, ਇਨਸਾਨੀਅਤ ਲਈ, ਸੱਚ ਲਈ ਗੁਰੂ ਸਾਹਿਬ ਸਿਰ ਦੇ ਗਏ। ਔਰ ਇਸ ਗੱਲ ਦਾ ਖਿਆਲ ਰੱਖੀ, ਗੁਰੂ ਅਜ਼ਮਤਾਂ ਦਾ ਮਾਲਕ ਹੈ, ਬਰਕਤਾਂ ਦਾ ਮਾਲਕ ਹੈ। ਜੇ ਸ਼ਕਤੀ ਦਿਖਾ ਕੇ ਅੱਗ ਬੁਝਾ ਦਿੰਦਾ, ਸੀਤ ਕਰ ਦਿੰਦਾ ਅੱਗ ਨੂੰ, ਤੇ ਅਸੀਂ ਕਹਿਣਾ ਸੀ ਇਹ ਤੇ ਜਾਦੂਗਰਾਂ ਦੀ ਖੇਡ ਹੈ। ਆਮ ਹੀ ਜਾਦੂਗਰ ਤੁਸੀਂ ਵੇਖਿਆ ਗਲੀਆਂ ਮੁਹੱਲਿਆਂ ਵਿੱਚ ਅੱਗ ਬੁਝਾ ਦਿੰਦੇ ਨੇ, ਕਦੇ ਮੂੰਹ ਚੋਂ ਅੱਗ ਕੱਢਦੇ ਨੇ। ਲੋਕਾਂ ਕਹਿਣਾ ਸੀ ਤੁਹਾਡਾ ਗੁਰੂ ਅਰਜਨ ਅੱਗ ਤੋਂ ਡਰ ਗਿਆ। ਗੁਰੂ ਦੀ ਹੀ ਅਜ਼ਮਤ ਹੈ। ਕੁੱਲ ਕਾਇਨਾਤ ਦਾ ਖਸਮ ਹੁੰਦਿਆਂ ਹੋਇਆਂ ਵੀ, ਗੁਰ ਅਰਜਨ ਪ੍ਰਤੱਖ ਹਰ ਹੁੰਦਿਆਂ ਹੋਇਆਂ ਵੀ ਉਸ ਤਤੀ ਤਵੀ ਤੇ ਬੈਠਾ, ਐਨ ਮਨ ਕਰਕੇ ਸ਼ਾਂਤ ਹੈ, ਠੰਡਾ ਹੋਇਆ ਬੈਠਾ ਹੈ। ਐਸੇ ਖੁਦ ਖੁਦਾ ਗੁਰੂ ਅਰਜਨ ਸਾਹਿਬ ਦੀ ਵਡਿਆਈ ਕਹਿਣ ਕਥਨ ਤੋਂ ਬਾਹਰੀ ਹੈ। ਸ਼ਹਾਦਤ ਦੀ ਅਵਧੀ ਮਾਣੀ। ਗੁਰੂ ਹਰਗੋਬਿੰਦ ਸਾਹਿਬ ਛਠਮ ਪੀਰ ਬੈਠਾ ਗੁਰ ਭਾਰੀ, ਗੁਰੂ ਤਖਤ ਦੇ 6ਵੇਂ ਵਾਰਸ ਬਣੇ, ਜਿਨ੍ਹਾਂ ਨੇ ਜਹਾਂਗੀਰ ਦੇ ਲਖਤੇ ਜਿਗਰ ਸ਼ਾਹਜਹਾਨ ਪਾਸੋਂ 4 ਜੰਗਾਂ ਵੀ ਜਿੱਤੀਆਂ। ਚੰਦੂ ਨੂੰ ਨੱਥ ਪਾ ਕੇ ਸਜ਼ਾ ਵੀ ਦਿੱਤੀ, ਉਹਦਾ ਖੁਰਾ ਖੋਜ ਵੀ ਮਿਟਾਇਆ। ਜਿਨ੍ਹਾਂ ਦੇ ਚਰਨਾਂ ਵਿੱਚ ਜਹਾਂਗੀਰ ਨੇ ਚੰਦੂ ਨੂੰ ਹਾਜ਼ਰ ਕਰਕੇ ਆਪ ਖਿਮਾ ਜਾਚਨਾ ਕੀਤੀ, ਮਹਾਰਾਜ ਮੇਰੇ ਇਹਨਾਂ ਕੰਨ ਭਰੇ ਪਾਕ ਰੂਹ ਨੂੰ ਗੁਰੂ
ਅਰਜਨ ਸਾਹਿਬ ਨੂੰ ਮੇਰੇ ਹੁਕਮ ਵਿੱਚ ਸਜ਼ਾ ਹੋਈ ਹੈ, ਮੈਨੂੰ ਖਿਮਾ ਕਰ ਦਿਓ। ਤੇ ਗੁਰੂ ਦਾ ਸੁਭਾਅ ਕੀ ਹੈ, ਫਿਰ ਪੜ੍ਹ ਦਿਓ, ਜੋ ਸਰਣੇ ਆਵੈ ਤਿਸ ਕੰਠ ਲਾਵੈ, ਗੁਰੂ ਸਦਾ ਹੀ ਬਖਸ਼ਿੰਦਾ। ਐਸੇ ਮੇਰੇ ਗੁਰੂ ਅਰਜਨ ਸਾਹਿਬ ਮਹਾਨ ਨੇ। ਅੰਤ ਨਾ ਪਾਵਤ ਦੇਵ ਸਵੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਫੁਨ ਵੇਦ ਬੇਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ, ਮਾਹੇ ਧਰੀ। ਉਹਦਾ ਅੰਤ ਨਹੀਂ ਗੁਰੂ ਅਰਜਨ ਦਾ ਪਾਇਆ ਜਾ ਸਕਦਾ, ਜੋ ਗੁਰੂ ਰਾਮਦਾਸ ਦਾ ਪੰਜਵਾਂ ਜਾਮਾ ਹੈ। ਐਸੇ ਦੀਨ ਦੁਨੀਆ ਦੇ ਮਾਲਕ ਦੀ ਵਡਿਆਈ ਕਹਿਣੀ ਕਥਨੀ ਤੋਂ ਬਾਹਰ ਹੈ। ਭੁੱਲ ਚੁੱਕ ਦੀ ਖਿਮਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਗੁਰੂ ਕੇ ਸਮੂਹ ਵਜ਼ੀਰਾਂ ਦਾ ਧੰਨਵਾਦ। ਸੇਵਾਦਾਰਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਆ ਪਾਕ ਬਾਣੀ ਦੀਆਂ 2 ਪੰਕਤੀਆਂ ਪੜ੍ਹ ਕੇ ਆਓ, ਫਤਿਹ ਗਜਾਉਂਦੇ ਹਾਂ ਜੀ। ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ। ਤਿਸ ਪਹਿ ਕਿਆ ਚਤੁਰਾਈ, ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।